शेर पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। मैं ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:14 ਹੋਏ ਨੇ। 8 ਜੁਲਾਈ ਦਾ ਦਿਨ ਹੈ, ਵਰਾ 2021 ਦਾ ਵੀਰਵਾਰ ਹੈ। 24 ਹਾੜ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਸ਼ੋਅ ਦੇ ਵਿੱਚ ਗੱਲਬਾਤ ਪਹਿਲੇ ਹਿੱਸੇ 'ਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕੇਨ ਸਿੰਘ ਪੱਤੀ ਹੋਰਾਂ ਦੇ ਨਾਲ ਤੇ ਫਿਰ ਪਰਵਿੰਦਰ ਸਿੰਘ ਥਿੰਦ ਸ਼ਾਮਲ ਹੋਣਗੇ 10 ਮਿੰਟ ਲਈ। ਇੰਸ਼ੋਰੈਂਸ ਦੇ ਵਿੱਚ ਕੀ ਹੋ ਰਿਹਾ, ਰਾਜਨੀਤੀ ਦੀਆਂ ਗੱਲਾਂ ਤੇ ਇੰਡੀਜਨਸ ਲੋਕਾਂ ਦੇ ਲਈ ਆਪਾਂ ਸੀਰੀਜ਼ ਜਿਹੜੀ ਸ਼ੁਰੂ ਕੀਤੀ ਸੀ ਵੀਰਵਾਰ ਨੂੰ, ਪਿਛਲੇ ਵੀਰਵਾਰ ਛੁੱਟੀ ਸੀ, ਅੱਜ ਫੇਰ ਜਿਹੜੀ ਗੱਲਬਾਤ ਹੋਏਗੀ ਇਹਨਾਂ ਭਾਈਚਾਰਿਆਂ ਦੇ ਵਿੱਚ ਇਸਤਰੀਆਂ ਦਾ ਜਿਹੜਾ ਹਾਲ ਹੈ ਜਾਂ ਇਸਤਰੀਆਂ ਦਾ ਰੋਲ ਹੈ ਜਾਂ ਇੰਡੀਜਨਸ ਇਸਤਰੀ ਨੂੰ ਵੇਖ ਕੇ ਲੋਕਾਂ ਦਾ ਨਜ਼ਰੀਆ ਕੀ ਹੈ, ਇਸ 'ਤੇ ਗੱਲਬਾਤ ਹੋਏਗੀ। ਇੱਕ ਬੰਨੇ ਗਵਰਨਰ ਜਨਰਲ ਬਣਾਈ ਜਾ ਰਹੀ ਹੈ ਅਤੇ ਦੂਸਰੇ ਬੰਨੇ ਜੂਡੀ ਵਿਲਸਨ ਰੇਬਲ ਨੇ ਅੱਜ ਕਹਿ ਦਿੱਤਾ ਕਿ ਅਗਲੀ ਇਲੈਕਸ਼ਨ ਨਹੀਂ ਮੈਂ ਲੜਨੀ। ਅਤੇ ਉਹਨੇ ਦੱਸਿਆ ਵੀ ਇੰਨਾ ਮਾਹੌਲ ਟੌਕਸਿਕ ਹੈ ਉੱਥੇ, ਜਿਹੜੇ ਲੱਕੜ ਦੇ ਪ੍ਰਤਾਪੇ ਉੱਥੇ ਬੈਠੇ ਹੈ ਮਾਈਨੋਰਟੀਜ਼ ਦੇ ਵਿੱਚੋਂ ਗਏ ਨੇ, ਉਹ ਕਮਿਊਨਿਟੀ ਦੇ ਲਈ ਕੰਮ ਨਹੀਂ ਕਰ ਸਕਦੇ। ਉਸ ਨੇ ਦੱਸਿਆ ਕਿ ਇਹ ਬੜਾ ਵੱਡਾ ਇਸ਼ੂ ਹੈ ਉੱਥੇ ਕਿ ਮੈਂ ਇੱਥੋਂ ਬਾਹਰ ਰਹਿ ਕੇ ਜਿਹੜਾ ਕੰਮ ਕਰਾਂਗੀ। ਉਦੋਂ ਪਹਿਲਾਂ ਨੂਨਾਵੈਡ ਦੇ MP ਨੇ ਰਿਜ਼ਾਈਨ ਕੀਤਾ। ਉਹ ਕਹਿੰਦੀ ਮੈਂ ਜਦ ਉੱਥੋਂ ਤੁਰਦੀ ਹਾਂ ਤਾਂ ਮੇਰੇ ਵੱਲ ਜਿਹੜੇ ਗਾਰਡ ਨੇ, ਸਿਕਿਉਰਿਟੀ ਗਾਰਡ ਨੇ, ਉਹ ਵੇਖਦੇ ਨੇ। ਬਸ ਇਹੀ ਹੁੰਦਾ ਵੀ ਉਹ ਮੇਰੇ 'ਤੇ ਕਦ ਹੱਥ ਰੱਖ ਕੇ ਜਾਂ ਮੈਨੂੰ ਕਦ ਤਲਾਸ਼ੀ ਕਰ ਸਕਦੇ ਨੇ, ਤੁਸੀਂ ਸਡਨ ਮੂਵ ਨਹੀਂ ਕਰ ਸਕਦੇ ਉਸ ਜਗ੍ਹਾ ਤੋਂ। ਸੋ ਇਸ ਦੇ ਚਲਦਿਆਂ ਗੱਲਬਾਤ ਕਰਾਂਗੇ ਨੋਵਾ ਸਕੋਸ਼ੀਆ ਦੇ ਵਿੱਚ, ਐਟਲਾਂਟਿਕ ਦੇ ਵਿੱਚ ਲੋਰੀਨ ਵਿਟਮੈਨ ਦੇ ਨਾਲ, ਜਿਹੜੇ ਪ੍ਰੈਜ਼ੀਡੈਂਟ ਨੇ ਨੇਟਿਵ ਵੂਮਨਸ ਐਸੋਸੀਏਸ਼ਨ ਆਫ ਕੈਨੇਡਾ ਦੇ। ਅਤੇ ਪੁੱਛਾਂਗੇ ਉਹਨਾਂ ਨੂੰ ਕਿ ਕਿਸ ਤਰ੍ਹਾਂ ਹੈ ਬੀਇੰਗ ਏ ਇੰਡੀਜਨਸ ਵੂਮਨ, ਜਿਹੜਾ ਇਹ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ, ਕੀ ਹੋ ਰਿਹਾ, ਕੀ ਚੇਂਜਸ ਹੋ ਜਾਣਗੇ। 45 ਵਰ੍ਹੇ ਹੋ ਗਏ ਉਹਨਾਂ ਨੂੰ ਐਡਵੋਕੇਸੀ ਕਰਦਿਆਂ ਨੂੰ। ਹੁਣ ਅਸੈਂਬਲੀ ਆਫ ਫਸਟ ਨੇਸ਼ਨ ਦੇ ਚੀਫ ਦੀ ਵੀ ਇਲੈਕਸ਼ਨ ਹੋਣੀ ਹੈ ਅਤੇ ਇਹਨਾਂ ਲੋਕਾਂ ਦੀ ਜ਼ਿੰਦਗੀ ਅਤੇ ਇਹਨਾਂ ਲੋਕਾਂ ਦੇ ਦੁੱਖ ਕੋਲ ਜਾ ਕੇ ਵੇਖੇ ਜਾਂਦੇ ਨੇ, ਫਿਰ ਪਤਾ ਲੱਗਦਾ ਹੈ ਕਿਵੇਂ ਲੋਕ ਰਹਿੰਦੇ ਆ, ਕੀ ਕਹਾਣੀ ਹੈ। ਅਤੇ ਸਿੰਬੋਲਿਕ ਹੈ ਜਿਹੜਾ, ਜਿਸ ਤਰ੍ਹਾਂ ਇਹ ਜਿਹੜੇ ਇਹਨਾਂ ਦੇ ਪੋਲੀਟੀਕਲ ਜਿਹੜੇ ਚੁਣੇ ਹੋਏ ਨੇ, ਜਿਹੜੇ ਓਟਵਾ ਜਾ ਵੜਦੇ ਆ, ਉਹ ਸਿੰਬੋਲਿਕ ਜੈਸਚਰਸ ਨੇ ਜਿਹੜੇ, ਉਹ ਕਿਤੇ ਨਹੀਂ ਜਾਂਦੇ। ਕਮਿਊਨਿਟੀ ਦੇ ਵੱਲੋਂ ਜਾਂ ਕਮਿਊਨਿਟੀ ਦੇ ਲੀਡਰ ਨੇ ਜਿਹੜੇ, ਜੇ ਉਹ ਸਿੰਬੋਲਿਕ ਕੰਮ ਕਰਨਗੇ ਉੱਥੇ ਕੁਛ ਨਹੀਂ ਹੁੰਦਾ। ਸੋ ਇਸ 'ਤੇ ਗੱਲਬਾਤ ਹੋਏਗੀ। ਫਿਰ ਕੁਛ ਸਮਾਂ ਵੀਰਵਾਰ ਨੂੰ ਆਪਾਂ ਭਾਈਚਾਰੇ ਬਾਰੇ ਵੀ ਗੱਲ ਕਰਦੇ ਹਾਂ ਕਿ ਭਾਈਚਾਰੇ ਦਾ ਵਿਸ਼ਾ ਵੀ ਹੈ। ਜੇ ਇੱਥੇ ਵਿਚਾਰਿਆ ਗਿਆ ਠੀਕ ਹੈ, ਨਹੀਂ ਤਾਂ ਅਗਲੇ ਸ਼ੋਅ ਦੇ ਵਿੱਚ ਮੈਂ ਇਸ ਨੂੰ ਵਿਚਾਰਾਂਗਾ ਅਤੇ ਤੁਸੀਂ ਸ਼ਾਮਲ ਹੋਣਾ। 604 204 0600 ਤੇ 6042040600 4 729 12 24 WhatsApp ਤੇ ਟੈਕਸਟ ਲਈ ਤੁਹਾਡੇ ਲਈ ਨੰਬਰ ਹੈ। ਨੀਚ ਜੇ ਪਿਆਰ ਹੋ ਜੇ, ਨਾਰ ਬਦਕਾਰ ਹੋ ਜੇ, ਬਾਲਕਾ ਬਿਮਾਰ ਹੋ ਜੇ, ਉਹ ਨਾ ਰੋਣੋਂ ਥੰਮਦਾ। ਗੇਹੂੰ 'ਚ ਪਿਆਜੀ ਹੋ ਜੇ, ਬਾਣੀਆਂ ਲਿਹਾਜੀ ਹੋ ਜੇ, ਭਾਈਆਂ 'ਚ ਨਾਰਾਜ਼ੀ ਹੋ ਜੇ, ਹਰਜ ਕਟੰਬਦਾ। ਕੁਣਕੇ 'ਚ ਗੰਢ ਤੇ ਗ੍ਰੰਥ ਵੱਲ ਕੰਡ ਹੋ ਜੇ, ਕਪਾਹ 'ਚ ਕਰੰਡ ਹੋ ਜੇ, ਨਾ ਵੜੇਵਾਂ ਜੰਮਦਾ। ਬਾਊ ਦੀ ਬੇਰੋਬੀ ਹੋ ਜੇ ਤੇ ਨਿਸਾਰੂ ਗੋਭੀ ਹੋ ਜੇ, ਤੇ ਫਕੀਰ ਲੋਭੀ ਹੋ ਜੇ, ਉਹ ਨਹੀਂ ਰਹਿੰਦਾ ਕੰਮ ਦਾ। ਸੂਰਮੇ ਦੀ ਹਾਨੀ ਹੋ ਜੇ, ਹੋਸ਼ਾ ਜੇ ਗਿਆਨੀ ਹੋ ਜੇ, ਆਗੂ ਜੇ ਜਨਾਨੀ ਹੋ ਜੇ, ਉਹ ਨਾ ਝੁੱਗੀ ਵਸਦੀ। ਘਰ ਕਮਜ਼ੋਰ ਹੋ ਜੇ, ਪੁੱਤਰ ਲੰਡੋਰ ਹੋ ਜੇ, ਜੇ ਸਿਆਣੂ ਚੋਰ ਹੋ ਜੇ, ਤਾਂ ਪੁਲਿਸ ਰੋਜ਼ ਤੱਸਦੀ। ਮੌਤ ਜੇ ਵਿਆਹ 'ਚ ਹੋ ਜੇ, ਮੀਂਹ ਝੜੀ ਗਾਹ 'ਚ ਹੋ ਜੇ, ਜੇ ਜਵਾਕ ਰਾਹ 'ਚ ਹੋ ਜੇ, ਦੁੱਖੀ ਜਾਨ ਫਸਦੀ। ਸੱਪ ਜੇ ਅਸੀਲ ਹੋ ਜੇ, ਖਾਰਜ ਅਪੀਲ ਹੋ ਜੇ, ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ। ਲੱਤੋਂ ਲੰਗਾ ਬੈਲ ਹੋ ਜੇ, ਬੁੜਾ ਬੇਟਹਿਲ ਹੋ ਜੇ, ਫੀਮ ਦਾ ਜੇ ਬੈਲ ਹੋ ਜੇ, ਐਦੂ ਦੁੱਖ ਕੋਈ ਨਾ। ਕੋੜ ਦਾ ਜੇ ਦੁੱਖ ਹੋ ਜੇ, ਵਾਹ ਦਾ ਟੇਢਾ ਰੁੱਖ ਹੋ ਜੇ, ਗੁਰੂ ਤੋਂ ਬੇਮੁਖ ਹੋ ਜੇ, ਦੋ ਜਹਾਨੀ ਢੋਈ ਨਾ। ਨੀਤ 'ਚ ਫਰਕ ਤੇ ਰਸਾਇਣ ਦਾ ਠਰਕ ਹੋ ਜੇ, ਬੇੜੀ ਜੇ ਗਰਕ ਹੋ ਜੇ, ਨਿਕਲੇ ਡਬੋਈ ਨਾ। ਰਾਜੇ ਤੇ ਚੜ੍ਹਾਈ ਹੋ ਜੇ, ਜੇ ਖਰਾਬ ਜਵਾਈ ਹੋ ਜੇ, ਖਾਤੇ 'ਚ ਲੜਾਈ ਹੋ ਜੇ, ਬਾਊ ਚੰਗੀ ਹੋਈ ਨਾ। ਖਾੜੇ 'ਚ ਲੜਾਈ ਹੋ ਜੇ, ਬਾਊ ਚੰਗੀ ਹੋਈ ਨਾ। ਬਾਬੂ ਰਜਵਲੀ ਜੀ ਲਿਖਦੇ ਨੇ। ਸਰ ਨਵਕੇਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਨਵੇਂ ਮੰਤਰੀ ਮੰਡਲ ਨੇ ਕਿਸਾਨਾਂ ਬਾਰੇ ਕੋਈ ਕੀਤੀ ਗੱਲਬਾਤ ਕਿ ਹਲੇ ਉਸ ਤਰ੍ਹਾਂ ਹੀ ਆਨੰਦ ਕਰ ਰਹੇ ਨੇ?
ਜੀ ਗਿੱਲ ਸਾਹਿਬ, ਦੇਖੋ ਜਿਹੜਾ ਨਵਾਂ ਮੰਤਰੀ ਮੰਡਲ ਇਹਨਾਂ ਨੇ ਬਣਾਇਆ, ਨਵੇਂ ਮੰਤਰੀ ਮੰਡਲ ਨੇ ਅੱਜ ਮੀਟਿੰਗ ਕੀਤੀ ਹੈ ਔਰ ਇਹਦੇ 'ਚ ਇਹਨਾਂ ਨੇ ਕਾਫੀ ਕੁਛ ਆ ਜਿਹੜਾ ਉਹ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਦੇਖੋ ਜੀ ਜਿਹੜਾ ਅਸੀਂ ਮੰਤਰੀ ਮੰਡਲ ਬਣਾਇਆ ਗਾ, ਉਸ ਮੰਤਰੀ ਮੰਡਲ ਦੇ ਵਿੱਚ 27 ਅਸੀਂ OBC ਮੰਤਰੀ ਲਏ ਨੇ, 12 SC ਮੰਤਰੀ ਲਏ ਨੇ, 11 ਔਰਤਾਂ ਲਈਆਂ ਨੇ ਔਰ ਨਵੀਂ ਟੀਮ ਦੇ ਵਿੱਚ ਜਿਹੜੀ 77 ਮੈਂਬਰਾਂ ਦੀ ਹੈ ਉਹਦੇ 'ਚ 36 ਮੰਤਰੀ ਨਵੇਂ ਨੇ, ਜਾਣੀ ਕਿ 50% ਪਹਿਲੀ ਵਾਰ ਮੰਤਰੀ ਬਣੇ ਨੇ ਔਰ ਨਵੀਂ ਟੀਮ 'ਚ 41 ਮੰਤਰੀ ਨੇ ਜਿਹੜੇ ਉਹ ਵਕੀਲ, ਡਾਕਟਰ, ਇੰਜੀਨੀਅਰ। ਇਹ ਚੀਜ਼ਾਂ ਨੇ ਜਿਹੜੀਆਂ ਉਹ ਮੀਡੀਆ ਅੱਗੇ ਪੁੱਟ ਕਰਨ ਦੀ ਕੋਸ਼ਿਸ਼ ਕੀਤੀ ਆ। ਲੇਕਿਨ ਇਹਨਾਂ ਤੋਂ ਵੱਧ ਚਰਚਾ ਜਿਹੜੀ ਉਹ ਇਹ ਰਹੀ ਆ ਕਿ ਇਹਨਾਂ ਦੇ ਜਿਹੜੇ 3 ਵੱਡੇ ਚਿਹਰੇ ਨੇ, ਪ੍ਰਕਾਸ਼ ਜਵੇੜਕਰ ਵਰਗੇ, ਰਵੀ ਸ਼ੰਕਰ ਪ੍ਰਸਾਦ ਵਰਗੇ, ਇਸ ਤੋਂ ਇਲਾਵਾ ਡਾਕਟਰ ਹਰਸ਼ਵਰਧਨ ਜਿਹੜਾ ਸਿਹਤ ਮੰਤਰੀ ਸੀ, ਉਹ ਪਾਸੇ ਕਿਉਂ ਕਰਨੇ ਪੈ ਗਏ ਇਹਨਾਂ ਨੂੰ? ਕੀ ਗੱਲ ਬਣੀ ਹੈ ਕਿ ਸਾਰਾ ਕੁਝ ਕਰੋਨਾ ਦੇ ਮਹਾਮਾਰੀ ਦੌਰਾਨ ਸਾਰਾ ਉਹਦੇ ਸਿਰ ਹੀ ਭਾਂਡਾ ਭੰਨਣਾ ਸੀਗਾ? ਤਾਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਵੱਧ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਉਂਝ ਅੱਜ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਕਿਸਾਨਾਂ ਬਾਰੇ ਇਹਨਾਂ ਨੇ ਗੱਲਬਾਤ ਆ ਜਿਹੜੀ ਕੀਤੀ ਆ, ਉਹਦੇ 'ਚ ਉਹੀ ਰਟਾਇਆ ਪਹਿਲਾਂ ਵਾਲਾ ਭਾਸ਼ਣ ਦੁਹਰਾਇਆ ਖੇਤੀਬਾੜੀ ਮੰਤਰੀ ਨੇ। ਉਹਨੇ ਗਿੱਲ ਸਾਹਿਬ ਕਿਹਾ ਗਾ ਕਿ ਖੇਤੀ ਕਾਨੂੰਨ ਆ ਜਿਹੜੇ ਉਹ ਤਾਂ ਨਹੀਂ ਅਸੀਂ ਵਾਪਸ ਲੈ ਰਹੇ ਔਰ ਨਵੇਂ ਕਾਨੂੰਨਾਂ ਨਾਲ ਉਹਨੇ ਵਿਸ਼ਵਾਸ ਦਿਵਾਇਆ। ਕਹਿੰਦਾ ਮੰਡੀਆਂ ਖਤਮ ਨਹੀਂ ਹੋ ਰਹੀਆਂ ਔਰ ਉਹ ਕਹਿੰਦਾ ਜਿਹੜੀ APMC ਆ ਉਹਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਹੋਣਗੀਆਂ। 1 ਲੱਖ ਕਰੋੜ ਦੀ ਵਰਤੋਂ ਆ ਜਿਹੜੀ ਉਹ APMC ਲਈ ਕੀਤੀ ਜਾਊਗੀ, ਮੰਡੀਆਂ ਦੇ ਲਈ। ਇਸ ਤੋਂ ਇਲਾਵਾ ਉਹ ਕਹਿੰਦਾ ਸੂਬਾ ਸਰਕਾਰ ਤੇ ਕੌਮੀ ਪੱਧਰ ਦੀਆਂ ਫੈਡਰੇਸ਼ਨਾਂ ਇਹਦਾ ਲਾਭ ਲੈ ਸਕਦੀਆਂ ਨੇ। ਇਸ ਤਰੀਕੇ ਦੇ ਨਾਲ ਉਹਨਾਂ ਨੇ ਦੁਬਾਰੇ ਫਿਰ ਖੇਤੀ ਕਾਨੂੰਨਾਂ ਦੇ ਫਾਇਦੇ ਨੇ ਜਿਹੜੇ ਉਹ ਗਿਣਾਉਣ ਦੀ ਕੋਸ਼ਿਸ਼ ਕੀਤੀ ਹੈਗੀ। ਤਾਂ ਨਵਾਂ ਮੰਤਰੀ ਮੰਡਲ ਜਿਹੜਾ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਮੀਟਿੰਗ ਤੋਂ ਬਾਅਦ ਕਿ ਭਾਈ ਨਵਾਂ ਮੰਤਰੀ ਮੰਡਲ ਤਾਂ ਅਸੀਂ ਚੁਣ ਲਿਆ ਪਰ ਖੇਤੀ ਕਾਨੂੰਨ ਹਜੇ ਅਸੀਂ ਵਾਪਸ ਨਹੀਂ ਲੈਣੇ। ਜੀ ਪੰਜਾਬ 'ਚ ਮੰਤਰੀ ਮੰਡਲ 'ਤੇ ਵੀ ਫੇਰ ਬਦਲ ਹੋਣੀ ਆ 5-4 ਮਹੀਨੇ 'ਚ। ਹੁਣ ਝੂਟੀ ਦੇਣਗੇ ਤੇ ਖੁਦਗਰਜ਼ ਇੰਨੇ ਨੇ, ਜੇ 4.5 ਸਾਲ ਨਾ ਪੁੱਛੋ ਤੇ 4 ਮਹੀਨੇ ਪੁੱਛ ਲਓ, ਇਹਦੇ 'ਚ ਖੁਸ਼ ਹੋ ਜਾਂਦੇ ਨੇ। ਮਜੀਠੀਏ ਦਾ, ਲਾਲੀ ਦਾ ਤੁਸੀਂ ਵੇਖਿਆ 4.5 ਗੌਲਿਆ ਨਹੀਂ, 4.5 ਸਾਲ ਅਮਰਿੰਦਰ ਨੇ ਤੇ ਉਹਨੂੰ ਇੱਕ ਸੁਨੇਹਾ ਭੇਜਿਆ ਤੇ ਆ ਤੇਰੀ ਜਿਪਸੀ ਆ ਤੇ 4 ਗਨਮੈਨ ਨੇ ਛਾਲਾ ਮਾਰਦਾ ਫਿਰਦਾ। ਸੋ ਇਹੋ ਜਿਹਿਆਂ ਨੂੰ ਜਿਨ੍ਹਾਂ ਦੀ ਕਮਰੋੜ 'ਚ ਜਾਨ ਹੈ ਨਹੀਂ, ਉਹੋ ਜਿਹਿਆਂ ਤੋਂ ਕੀ ਡਰਨਾ ਅਮਰਿੰਦਰ ਨੇ। ਤੇ ਪ੍ਰਸ਼ਾਂਤ ਕਿਸ਼ੋਰ ਨਾਲ ਦਿੱਲੀ 'ਚ ਮੀਟਿੰਗ ਹੋਈ ਆ, ਕੀ ਸੂਹ ਨਿਕਲਦੀ ਆ ਕਿ ਨਵਜੋਤ ਨੂੰ ਬਣਾਉਣਗੇ ਪ੍ਰਧਾਨ? ਜੀ ਗਿੱਲ ਸਾਹਿਬ, ਦੇਖੋ ਇੱਕ ਤਾਂ ਮਸਲਾ ਇਹ ਹੈਗਾ ਕਿ ਦੇਖੋ ਵੀ 4.5 ਸਾਲ MLA ਨੂੰ ਨਹੀਂ ਮਿਲਿਆ ਕੈਪਟਨ ਅਮਰਿੰਦਰ ਸਿੰਘ ਆਪਦਿਆਂ ਨੂੰ ਔਰ ਪ੍ਰਸ਼ਾਂਤ ਕਿਸ਼ੋਰ ਨੂੰ ਭੱਜ ਕੇ ਮਿਲਣ ਗਿਆ ਦਿੱਲੀ ਦੇ ਵਿੱਚ। ਪ੍ਰਸ਼ਾਂਤ ਕਿਸ਼ੋਰ ਜੀ ਦੇ ਦੇਖਿਆ ਜਾਵੇ ਹੈਸੀਅਤ ਕੀ ਆ ਇੱਥੋਂ ਦੇ ਪੰਜਾਬ ਦੇ ਲੋਕਾਂ ਦੇ ਮੁਕਾਬਲੇ, ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਮੁਕਾਬਲੇ? ਇੱਕ ਬਿਜ਼ਨਸਮੈਨ ਵਿਅਕਤੀ ਆ ਜਿਹੜਾ ਸਿਆਸਤ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਆਪਰੇਟ ਕਰਦਾ, ਜਿਹੜਾ ਇਹ ਦੱਸਦਾ ਵੀ ਤੂੰ ਆਹ ਝੂਠ ਬੋਲ ਤੈਨੂੰ ਵੋਟਾਂ ਪੈਣਗੀਆਂ। ਉਹਦੇ ਕੋਲੇ ਝੱਟ ਦੇ ਕੇ ਗਿਆ ਔਰ ਪਤਾ ਇਹ ਵੀ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਆਪਦੇ ਨਾਲ ਇੱਕ ਟੀਮ ਲਈ ਫਿਰਦਾ ਸੀ ਆਪਦੀ, ਜਿਹਦੇ 'ਚ ਕੁਛ MLA ਸੀ, ਕੁਛ ਮੰਤਰੀ ਸੀ। ਲੇਕਿਨ ਜਦੋਂ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਇਕੱਲੇ ਨਾਲ ਗੱਲ ਕਰੂੰਗਾ, ਬਾਕੀਆਂ ਨੂੰ ਬਾਹਰ ਬਹਾ ਦਿਓ, ਬਾਕੀ ਬਾਹਰ ਬਹਾ ਤੇ ਇਕੱਲੇ ਨਾਲ ਗੱਲ ਕੀਤੀ ਔਰ ਉੱਥੇ ਪ੍ਰਸ਼ਾਂਤ ਕਿਸ਼ੋਰ ਨੇ ਕੁਛ ਚੀਜ਼ਾਂ ਕੈਪਟਨ ਅਮਰਿੰਦਰ ਤੇ ਵੀ ਦੱਸਦੇ ਆ ਵੀ ਝਾੜੀਆਂ। ਉਹਨੂੰ ਕਿਹਾ ਵੀ ਤੂੰ ਆਪਦਾ ਰਿਪੋਰਟ ਕਾਰਡ ਤਾਂ ਕੋਈ ਤਿਆਰ ਕਰ, ਤੁਸੀਂ 4.5 ਸਾਲ 'ਚ ਕੀਤਾ ਕੀ ਹੈ, ਕੋਈ ਮਾੜਾ ਮੋਟਾ ਜਾ ਕੇ ਦੱਸੋ ਤਾਂ ਸਹੀ। ਔਰ ਪ੍ਰਸ਼ਾਂਤ ਕਿਸ਼ੋਰ ਨੇ ਇਹ ਵੀ ਕਿਹਾ, ਉਹ ਕਹਿੰਦਾ ਮੇਰੀ ਟੀਮ ਪੰਜਾਬ 'ਚ ਆਪਰੇਟ ਕਰ ਰਹੀ ਹੈ, ਮੇਰੇ ਕੋਲੇ ਹਫ਼ਤੇ ਬਾਅਦ ਫੀਡਬੈਕ ਆ ਰਹੀ ਆ, ਉਹਦੇ 'ਚ ਤੁਹਾਡੇ ਕੋਲ ਬਹੁਤੇ ਵਧੀਆ ਪੁਆਇੰਟਸ ਨਹੀਂ ਆ ਰਹੇ। ਤਾਂ ਇਹ ਚੀਜ਼ਾਂ ਨੇ ਜਿਹੜੀਆਂ, ਇਹ ਚੀਜ਼ਾਂ ਇਸ ਪਾਸੇ ਨੂੰ ਇਸ਼ਾਰਾ ਕਰਦੀਆਂ ਨੇ ਕਿ ਇਲੈਕਸ਼ਨ ਜਿੱਤਣੀ, ਪ੍ਰਸ਼ਾਂਤ ਕਿਸ਼ੋਰ ਨੇ ਵੀ ਕਹਿਤਾ ਵੀ ਮੇਰੇ ਲਈ ਵੀ ਐਡੀ ਔਖੀ ਗੱਲ ਨਹੀਂ ਹੈਗੀ। ਤੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਟਕਲਾਂ ਜਿਹੜੀਆਂ ਤੇਜ਼ ਹੋ ਗਈਆਂ ਨੇ, ਉਹਦੇ 'ਚ ਉਹਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ, ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ। ਇਹਨਾਂ ਦੋਨਾਂ 'ਚ ਇੱਕ ਉਹਦਾ ਤਾਂ ਲੱਗਦਾ ਗਾ ਕਿ ਉਹਨੂੰ ਦਿੱਤਾ ਹੀ ਜਾਊਗਾ। ਉਹਦੇ 'ਚੋਂ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਚਰਚਾ ਜਿਹੜੀ ਉਹ ਵੱਧ ਚੱਲ ਰਹੀ ਆ। ਦੂਸਰੀ ਇਹ ਗਿੱਲ ਸਾਹਿਬ ਕਿ ਮਨੀਸ਼ ਤਿਵਾੜੀ ਕਾਂਗਰਸ ਦਾ ਵੱਡਾ ਲੀਡਰ ਰਿਹਾ, ਸਪੋਕਸਮੈਨ ਰਿਹਾ ਕਾਂਗਰਸ ਦਾ, ਮੈਂਬਰ ਪਾਰਲੀਮੈਂਟ ਆ, ਉਹ ਕੈਪਟਨ ਅਮਰਿੰਦਰ ਦੇ ਪੱਖ 'ਚ ਬੋਲਿਆ ਅੱਜ। ਉਹਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਤੇ ਅਟੈਕ ਕੀਤਾ, ਕਹਿੰਦਾ ਕੁਛ ਲੋਕ ਟਵਿੱਟਰ ਦੇ ਰਾਹੀਂ ਇਸ ਤਰੀਕੇ ਦਾ ਮਾਹੌਲ ਖਰਾਬ ਕਰ ਰਹੇ ਨੇ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਨੇ ਰਾਜੀਵ ਸ਼ੁਕਲਾ ਦੇ ਨਾਲ, ਜਿਹੜਾ ਕਾਂਗਰਸ ਦਾ ਸੀਨੀਅਰ ਲੀਡਰ ਆ, ਉਹਦੇ ਨਾਲ ਲੰਚ ਕੀਤਾ। ਅੱਜ ਲੰਚ ਡਿਪਲੋਮੈਸੀ ਉਧਰ ਨੂੰ ਵੀ ਚੱਲੀ ਆ। ਇਹ ਵੀ ਮੰਨਿਆ ਜਾ ਰਿਹਾ ਕਿ ਇੰਚਾਰਜ ਲਾਇਆ ਜਾ ਸਕਦਾ ਸ਼ੁਕਲਾ ਨੂੰ ਨਵਾਂ ਜਿਹੜਾ ਪੰਜਾਬ ਦਾ, ਜਿਹਦੇ 'ਚੋਂ ਇਹ ਵੀ ਹੋ ਸਕਦਾ ਕਿ ਕੁਝ ਚੀਜ਼ਾਂ ਕੈਪਟਨ ਅਮਰਿੰਦਰ ਦੀਆਂ ਮੰਨੀਆਂ ਜਾਣ, ਕੁਝ ਸਿੱਧੂ ਦੀਆਂ ਮੰਨੀਆਂ ਜਾਣ। ਨਵਾਂ ਫਾਰਮੂਲਾ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਸਾਹਮਣੇ ਆ ਰਿਹਾ ਹੈਗਾ। ਜੀ ਪਾਣੀ ਹੁਣ ਤਾਂ ਦਿਖਣ ਲੱਗ ਗਿਆ, ਬੋਰਾਂ ਦੇ ਵਿੱਚੋਂ ਲਾਲ ਰੱਤੇ ਰੰਗ ਦਾ ਪਾਣੀ ਆਉਂਦਾ ਹੈ। ਨਾਭੇ ਤੋਂ ਭਵਾਨੀਗੜ੍ਹ ਟੋਲ ਦੇ ਨੇੜੇ ਉੱਥੇ ਮਠਾੜੂਆਂ ਦੀ ਕੋਈ ਫੈਕਟਰੀ ਸੀ, ਪਾਣੀ ਧਰਤੀ 'ਚ ਗਰਕੀ ਜਾਂਦੇ ਸੀ। ਇਹ ਤਾਂ ਇਕੱਲੇ ਉੱਥੇ ਦੀ ਗੱਲ ਹੈ, ਲੁਧਿਆਣਾ ਸਾਰਾ ਜਿੰਨੇ ਨੇ ਉੱਥੇ ਉਹਨਾਂ ਵਾਲੇ, ਜਿੰਨੇ ਨੇ ਉੱਥੇ ਕਰੋਮ ਵਾਲੇ, ਸਾਰਿਆਂ ਨੇ ਧਰਤੀ 'ਚ ਸਿੱਟਿਆ ਔਰ ਜ਼ੁਲਮ ਕੀਤਾ ਹੈ। ਜਿਹੜਾ ਪੋਲਿਊਸ਼ਨ ਕੰਟਰੋਲ ਵਾਲਿਆਂ ਨੇ ਪੈਸੇ ਮਹੀਨੇ ਦੀ ਮਹੀਨੇ ਲੈ ਕੇ ਇਹਨਾਂ ਜਿਹੜੀਆਂ ਕਹੀ ਜਾਂਦੇ ਨੇ ਕਈ ਵਾਰ ਬਈ
ਇੰਡਸਟਰੀ ਚਲੇ ਗਈ ਪੰਜਾਬ 'ਚੋਂ, ਇੰਡਸਟਰੀ ਜਾਵੇ, ਇੰਡਸਟਰੀ ਪੰਜਾਬ 'ਚੋਂ। ਇਹੋ ਜਿਹੀ ਇੰਡਸਟਰੀ ਤੋਂ ਕਰਾਉਣਾ ਕੀ ਆ ਜਿਹੜੇ ਪੰਜਾਬ ਦੇ ਦੋਖੀ ਨੇ? ਅੱਗੇ ਪੰਜਾਬ ਇੰਡਸਟਰੀ ਦੇ ਸਿਰ ਤੇ ਜਿਉਂਦਾ ਸੀ। ਪੰਜਾਬ ਦੇ ਵਿੱਚ ਤਾਂ ਐਗਰੋ ਇੰਡਸਟਰੀ ਜਿਹੜੀ ਲਾਈ ਜਾਵੇ, ਸਿਰਫ ਤੇ ਸਿਰਫ ਫੂਡ ਪ੍ਰੋਸੈਸਿੰਗ ਦੇ ਪਲਾਂਟ ਲਾਈ ਜਾਣ, ਲੋੜ ਨਹੀਂ ਹੈ। ਹੁਣ ਵੀ ਪੰਜਾਬ ਉਸ ਇੰਡਸਟਰੀ ਤੋਂ ਬਿਨਾਂ ਹੀ ਚੱਲਦਾ ਹੈ। 1990-91 ਦੇ ਮੂਵ ਹੋਏ, ਖਾ ਕੇ ਲੁਧਿਆਣੇ ਦਾ, ਖਾ ਕੇ ਪੰਜਾਬ ਦਾ ਦੁੱਧ ਦੀਆਂ ਡੋਹਣੀਆਂ ਦਿੱਲੀ ਭਰਦੇ ਨੇ, ਹੀਰੋ ਹੋਂਡੇ ਵਰਗੇ ਤੇ ਓਸਵਾਲ ਤੇ ਏਵਨ ਵਰਗੇ। ਪਰ ਆਹ ਜਿਹੜਾ ਜ਼ਹਿਰ ਦਾ ਪਾਣੀ ਹੈ, ਇਹ ਤਾਂ ਮੈਂ ਹੁਣੇ ਫੇਸਬੁੱਕ ਤੇ ਪਾ ਕੇ ਹਟਿਆ, ਕਿਸੇ ਨੇ ਭੇਜਿਆ ਨਵਕਰਨ, ਉਹ ਤਾਂ ਬਣਿਆ ਬਣਾਇਆ ਹੀ ਲਾਲ ਪਾਣੀ ਆ ਰਿਹਾ ਜੀ। ਗਿੱਲ ਸਾਹਿਬ, ਇਹ ਬੜਾ ਗੰਭੀਰ ਮਸਲਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਅਸੀਂ ਨਾ ਤਾਂ ਧਰਤੀ ਸਾਂਭੀ, ਨਾ ਪਾਣੀ ਸਾਂਭਿਆ, ਔਰ ਸਾਡੀ ਕੌਮ ਅੱਜ ਇੱਕ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਜਦੋਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਪਿੱਛੇ ਜੇ ਸ਼ਰਾਬ ਵਾਲੀ ਫੈਕਟਰੀ ਨੇ, ਜਿਹੜਾ ਚੱਡਾ ਸ਼ੂਗਰ ਮਿਲ ਸੀ, ਉਹਨਾਂ ਨੇ ਗਿੱਲ ਸਾਹਿਬ ਪਾਣੀ ਪਾਇਆ, ਕਿੰਨੇ ਪੰਛੀ ਮਰੇ, ਔਰ ਉਹ ਪਾਣੀ ਮਤਲਬ ਇੰਨਾ ਖਰਾਬ ਨਜ਼ਰ ਆਇਆ। ਪਤਾ ਲੱਗਿਆ ਵੀ ਜਿਹੜੀ ਸ਼ਰਾਬ ਵਾਲੀ ਇੰਡਸਟਰੀ ਆ ਪੰਜਾਬ ਦੇ ਵਿੱਚ ਲੱਗੀ ਹੋਈ, ਉਹ ਸਾਰੀ ਹੋਈ ਪੰਜਾਬ ਨੂੰ ਪਲੀਤ ਕਰਨ ਦੇ ਲਈ ਲੱਗੀ ਹੋਈ ਹੈ। ਇਸ ਤੋਂ ਇਲਾਵਾ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ, ਕਾਰਖਾਨੇ ਲੱਗੇ ਹੋਏ ਨੇ, ਧਰਤੀ 'ਚ ਪਾਣੀ ਸਿੱਟੀ ਗਏ ਹੋਰ ਕਰ, ਔਰ ਉਦੋਂ ਤਾਂ ਚੁੱਪ ਰਹੇ। ਔਰ ਜਿਹੜਾ ਇਹ ਮਸਲਾ ਗਾ, ਇਹ ਮਸਲਾ ਵੀ ਇਸੇ ਤਰੀਕੇ ਦਾ ਭਵਾਨੀਗੜ੍ਹ ਦੇ ਨੇੜੇ ਪਿੰਡ ਪੈਂਦਾ ਆਲੋ ਵਰਕ, ਉੱਥੇ ਕੈਮੀਕਲ ਦੀ ਇੱਕ ਫੈਕਟਰੀ ਲੱਗੀ ਹੋਈ ਸੀ 1980 ਦੇ ਵਿੱਚ। ਉਹਨਾਂ ਨੇ 300 ਫੁੱਟ ਉਦੋਂ ਡੂੰਘਾ ਕੀਤਾ ਬੋਰ, ਧਰਤੀ 'ਚ ਕੈਮੀਕਲ ਸਿੱਟੀ ਗਏ। ਉਦੋਂ ਤਾਂ ਪਾਣੀ ਉੱਤੇ ਸੀਗੇ, ਉਦੋਂ ਤਾਂ ਪਾਣੀ 40-50 ਫੁੱਟ ਦੇ ਉੱਤੇ ਸੀਗਾ, ਔਰ ਪਾਣੀ ਲੋਕ 40-50 ਫੁੱਟ ਤੋਂ ਕੱਢ ਪੀ ਗਏ। ਉਹ ਧਰਤੀ 'ਚ 300 ਫੁੱਟ ਦੇ ਉੱਤੇ ਜਾ ਕੇ ਜਿਹੜਾ ਪਾਣੀ ਸਿੱਟੀ ਗਏ। ਉਸ ਤੋਂ ਬਾਅਦ ਗਿੱਲ ਸਾਹਿਬ 2006 ਦੇ ਵਿੱਚ ਆ ਕੇ ਇਹ ਫੈਕਟਰੀ ਆ ਜਿਹੜੀ ਇੱਥੋਂ ਮੂਵ ਹੋ ਗਈ। ਉਹਨਾਂ ਨੂੰ ਪਤਾ ਸੀ ਵੀ ਅਸੀਂ ਆਪਦਾ ਕੰਮ ਕਰਤਾ ਜਿਹੜਾ ਕਰਨਾ ਸੀ। 6 'ਚ ਫੈਕਟਰੀ ਉੱਥੋਂ ਬੰਦ ਹੋ ਕੇ ਬਾਹਰ ਚਲੀ ਗਈ। ਉਸ ਤੋਂ ਬਾਅਦ ਹੁਣ ਜਦੋਂ ਪਾਣੀ ਡੂੰਘੇ ਗਿਆ 300 ਫੁੱਟ ਦੇ ਉੱਤੇ, ਤਾਂ ਉਹਨਾਂ ਦੇ ਉਦੋਂ ਦੇ ਬੀਜੇ ਹੋਏ ਕੰਡੇ ਹੁਣ ਲੋਕਾਂ ਨੂੰ ਚੁਗਣੇ ਪੈ ਰਹੇ ਨੇ। ਹੁਣ ਧਰਤੀ 'ਚੋਂ ਜਦੋਂ ਪਾਣੀ ਕੱਢਦੇ ਨੇ, ਉਹ ਕੈਮੀਕਲ ਆਉਂਦਾ ਉਹ। ਔਰ ਸਾਡੇ ਮਾਲਵੇ ਦੇ ਵਿੱਚ ਤਾਂ ਇੱਥੇ ਜਿਹੜੀ ਨਰਮਾ ਬੈਲਟ ਸੀਗੀ, ਇੱਥੇ ਤੱਕ ਧਰਤੀ ਦੇ ਵਿੱਚੋਂ ਮੈਗਨੀਸ਼ੀਅਮ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਲੋੜੀ ਦੀਆਂ ਧਾਤਾਂ ਸੀ ਸਾਨੂੰ, ਉਹ ਤਾਂ ਖਤਮ ਹੋ ਗਈਆਂ, ਤੇ ਜਿਹੜੀਆਂ ਸਾਨੂੰ ਨਹੀਂ ਲੋੜੀਆਂ ਸੀ ਉਹ ਧਰਤੀ 'ਚੋਂ ਨਿਕਲ ਰਹੀਆਂ ਨੇ। ਕਾਲਾ ਪੀਲੀਆ ਬੇਥਾਂ ਫੈਲਿਆ ਹੋਇਆ, ਕੈਂਸਰ ਬੁਰੀ ਤਰ੍ਹਾਂ ਦੇ ਨਾਲ ਫੈਲਿਆ ਹੋਇਆ ਮਾਲਵੇ ਦੇ ਪਿੰਡਾਂ ਦੇ ਵਿੱਚ। ਉਹਦੇ ਲਈ ਇਹ ਜ਼ਿੰਮੇਵਾਰ ਆ ਵਾਤਾਵਰਨ, ਐਨਵਾਇਰਨਮੈਂਟ, ਹਵਾ ਤੇ ਪਾਣੀ, ਤੇ ਇਹ ਅਸੀਂ ਦੂਸ਼ਿਤ ਕਰ ਲਏ। ਸੋ ਸਰਕਾਰਾਂ ਦੇ ਲਈ ਇਹ ਕੋਈ ਏਜੰਡਾ ਨਹੀਂ, ਰਾਜਨੀਤਿਕ ਪਾਰਟੀਆਂ ਲਈ ਇਹ ਕੋਈ ਏਜੰਡਾ ਨਹੀਂ। ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਕੁਝ ਜ਼ਰੂਰ ਵਰਕ ਕਰ ਰਹੀਆਂ ਇਸ ਵਿਸ਼ੇ ਦੇ ਉੱਤੇ, ਪਰ ਉਹ ਵੀ ਓਨਾ ਕੰਮ ਨਹੀਂ ਕਰ ਰਹੀਆਂ ਜਿੰਨਾ ਕਰਨਾ ਚਾਹੀਦਾ। ਸੋ ਪੰਜਾਬ ਤਾਂ ਹੁਣ ਗਿੱਲ ਸਾਹਿਬ ਇਸ ਤਰੀਕੇ ਦੇ ਨਾਲ ਬਣ ਗਿਆ ਵੀ ਭੱਜ ਲਓ, ਇਹ ਤਾਂ ਖਰਾਬ ਹੋ ਗਿਆ। ਸਰਕਾਰਾਂ ਨੇ ਵੀ ਇਹ ਕਰਤਾ ਵੀ ਜਿਹਨੇ ਭੱਜਣਾ ਭੱਜ ਲਓ। ਜਿਹੜੇ ਇੱਥੇ ਰਹਿੰਦੇ ਉਹਨਾਂ ਨੇ ਪੁੱਛ ਰਹੇ ਨੇ ਵੀ ਤੂੰ ਭਾਈ ਗਿਆ ਕਿਉਂ ਨਹੀਂ ਅਜੇ ਤੱਕ। ਤਾਂ ਇਹ ਜਿਹੜਾ ਪੰਜਾਬ ਦਾ ਸੰਕਲਪ ਆ, ਜੋ ਪੰਜਾਬ ਪਹਿਲਾਂ ਸੀ ਸਾਡਾ ਪੰਜਾਬ ਸੋਨੇ ਦੀ ਚਿੜੀ, ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ, ਪਾਣੀਆਂ ਦੇ ਨਾਂ ਤੇ ਪੰਜਾਬ ਵਸਦਾ, ਅੱਜ ਉਸੇ ਪੰਜਾਬ ਦੇ ਵਿੱਚ ਹਵਾ ਤੇ ਪਾਣੀ ਖਰਾਬ ਕਰ ਦਿੱਤੇ ਗਏ ਨੇ। ਔਰ ਇਹਦੇ ਲਈ ਜ਼ਿੰਮੇਵਾਰ ਸਰਕਾਰ ਆ। ਹਜੇ ਵੀ ਜੇ ਪਾਬੰਦੀਆਂ ਨਾ ਲਾਈਆਂ ਇਹਨਾਂ ਫੈਕਟਰੀਆਂ ਦੇ ਉੱਤੇ, ਹਜੇ ਵੀ ਜੇ ਇਸ ਰੂਪ ਦੇ ਵਿੱਚ ਨਾ ਰੋਕਿਆ ਗਿਆ, ਤਾਂ ਧਰਤੀ ਦੇ ਹੇਠਾਂ ਪਾਣੀ ਕੱਢਿਆ ਕਰਾਂਗੇ ਅਸੀਂ, ਨਿਕਲਿਆ ਕਰੂਗਾ ਤੇਜ਼ਾਬ ਜੀ। ਡਾਕੂ ਸਵੇਰੇ ਆਪਣਾ ਸਾਫ਼ ਪਾਣੀ ਲੈ ਕੇ 2 ਤੋਂ 10 ਸੈਕਟਰ ਦੇ ਵਿੱਚ ਵਸਦੇ ਹੂਟਰ ਮਾਰਦੇ ਪੰਜਾਬ 'ਚ ਆਉਂਦੇ ਨੇ, ਦਿਨੇ ਕਿਤੋਂ ਕੁਛ ਨਹੀਂ ਪੀਂਦੇ, ਰਾਤ ਨੂੰ ਘਰਾਂ 'ਚ ਮਹਿਲਾਂ 'ਚ ਮੁੜ ਜਾਂਦੇ ਨੇ। ਉਹਨਾਂ ਨੇ ਕੀ ਲੈਣਾ? ਭਵਾਨੀਗੜ੍ਹ ਦੇ ਵਿੱਚ ਹੋਵੇ ਤੇ ਬਰਨਾਲੇ ਹੋਵੇ, ਕਾਲੇ ਸੰਘਿਆਂ ਦੇ ਕੋਲ ਹੋਵੇ, ਮਾਝੇ ਦੇ ਵਿੱਚ ਤਰਨਤਾਰਨ ਹੋਵੇ, ਉਹਨਾਂ ਨੇ ਕੀ ਲੈਣਾ? ਇਹ ਤਾਂ ਹੁਣ ਇਵੈਂਚੁਅਲੀ ਉੱਥੇ ਗੱਲ ਹੋਣੀ ਹੈ ਨਵਕਿਰਨ, ਕਿ ਸੱਭਿਅਤਾ ਉੱਜੜਨੀ ਆ। ਰਾਜ ਕਿਹਦੇ ਤੇ ਕਰਨਗੇ 5-10 ਸਾਲਾਂ ਨੂੰ, ਇਹਨਾਂ ਨੂੰ ਪਤਾ ਲੱਗੂ ਜਦ ਇਹ ਪੰਜਾਬ 'ਚ ਆਉਣੋਂ ਨੂੰ ਤਰਸਣਗੇ ਤੇ ਲੋਕ ਉੱਡਦੇ ਬਰੂਆਂ ਦੇ ਵਿੱਚ, ਉੱਡਦੀ ਪੋਲੀ ਦੇ ਵਿੱਚ ਬੈਠੇ ਹੋਣਗੇ। ਇੱਥੋਂ ਬੈਠੇ ਅਸੀਂ ਉਹਨਾਂ ਨੂੰ ਸਾਂਭਾਂਗੇ, ਆਪ ਵਸਾਂਗੇ ਜਾ ਕੇ। ਇਹ ਹੋਣਾ ਹੈ ਤੁਹਾਡੇ ਸਾਹਮਣੇ। ਅਖੀਰ ਦੇ ਵਿੱਚ ਦੱਸਿਓ, ਗੋਲਡਨ ਹੱਟ ਢਾਬੇ ਵੱਲ ਕੀ ਕਹਾਣੀ ਬਣੀ ਆ? ਬੈਰੀਕੇਡ ਲਾ ਤੇ ਚੱਕ ਤੇ ਲੋਕ ਮਦਦ ਕਰ ਰਹੇ ਨੇ ਬੰਦੇ ਦੀ। ਜੀ ਗਿੱਲ ਸਾਹਿਬ, ਕੁਰੂਕਸ਼ੇਤਰ ਦਾ ਜਿਹੜਾ ਇਹ ਗੋਲਡਨ ਹੱਟ ਢਾਬਾ ਹੈਗਾ, ਅਸਲ ਦੇ ਵਿੱਚ ਉਹਦੇ 2 ਢਾਬੇ ਨੇ ਗੋਲਡਨ ਹੱਟ ਢਾਬਾ। ਇੱਕ ਤਾਂ ਸਿੰਘੂ ਬਾਰਡਰ ਦੇ ਉੱਤੇ, ਔਰ ਦੂਸਰਾ ਕੁਰੂਕਸ਼ੇਤਰ ਦੇ ਵਿੱਚ ਹੈ। ਔਰ ਜਿਹੜਾ ਇਹ ਕੁਰੂਕਸ਼ੇਤਰ ਵਾਲਾ ਗਾ, ਉੱਥੇ ਬੈਰੀਗੇਟ ਲਾਤੇ ਸੀ ਸੜਕ ਦੇ ਵਿਚਾਲੇ, ਤਾਂ ਕਿ ਸਿਰਫ ਇੱਕ ਪਾਸੇ ਦੀ ਆਵਾਜਾਈ ਹੀ ਉਹਦੇ ਢਾਬੇ ਦੇ ਉੱਤੇ ਜਾਵੇ ਤੇ ਦੂਜੇ ਪਾਸੋਂ ਨਾ ਆਵੇ, ਉਹਦੇ ਬਿਜ਼ਨਸ ਨੂੰ ਸੱਟ ਵੱਜੇ। ਇਹ ਕਹਿਤਾ ਕਹਿੰਦੇ ਜੀ ਇਹ ਅਨਲੀਗਲ ਕੱਟ ਹੈ। ਤਾਂ ਕੱਟ ਅਨਲੀਗਲ ਤਾਂ ਬਹੁਤ ਚੱਲਦੇ ਨੇ। ਉਦੋਂ ਤੱਕ ਤਾਂ ਇਹ ਲੀਗਲ ਸੀਗਾ ਜਦੋਂ ਤੱਕ ਉਹ ਕਿਸਾਨਾਂ ਦੀ ਮਦਦ ਨਹੀਂ ਸੀ ਕਰਦਾ। ਜਦੋਂ ਮੋਦੀ ਸਰਕਾਰ ਦੇ ਖਿਲਾਫ ਬੋਲਣ ਲੱਗ ਗਿਆ, ਕਿਸਾਨਾਂ ਦੀ ਮਦਦ ਕਰਨ ਲੱਗ ਗਿਆ, ਉਦੋਂ ਇਹ ਕੱਟ ਅਨਲੀਗਲ ਬਣਾਤਾ ਸਰਕਾਰ ਨੇ। ਸੋ ਇਸ ਵਿਸ਼ੇ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਪੱਖ 'ਚ ਗਈਆਂ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਗਈ, ਔਰ ਉਹਨਾਂ ਨੇ ਕਿਹਾ ਸੀ ਕਿ 2 ਜੁਲਾਈ ਤੱਕ ਕੱਟ
ਇੱਥੋਂ ਦੁਬਾਰੇ ਪਹਿਲਾਂ ਦੀ ਤਰ੍ਹਾਂ ਬਣਾ ਦਿਓ, ਨਹੀਂ ਅਸੀਂ ਆਪ ਕਰਾਂਗੇ। ਤਾਂ ਅੱਜ ਕਿਸਾਨਾਂ ਨੇ ਜਾ ਕੇ ਉੱਥੋਂ ਬੈਰੀਗੇਟ ਪੱਟ ਤੇ ਔਰ ਪੱਟ ਕੇ ਪਾਸੇ ਛੱਡਤੇ। ਉਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਟੀਮ ਆਈ, ਨਾਲ ਪੁਲਿਸ ਆਈ, ਉਹਨਾਂ ਨੇ ਕਰੇਨ ਦੇ ਨਾਲ ਦੁਬਾਰੇ ਫੇਰ ਲਾ ਦਿੱਤੇ ਨੇ ਉੱਥੇ। ਸੋ ਇਹ ਅਸਲ ਦੇ ਵਿੱਚ ਬਿਜ਼ਨਸ ਨੂੰ ਸੱਟ ਮਾਰ ਰਹੇ ਆ ਜੀ, ਉਹਦੇ ਨੂੰ ਹੋਰ ਕੋਈ ਗੱਲ ਨਹੀਂ ਹੈ, ਤਾਂ ਕਿ ਉਹ ਕਿਸਾਨਾਂ ਦੀ ਮਦਦ ਨਾ ਕਰੇ ਤੇ ਇੱਕ ਮਾਡਲ ਸਿਰਜਿਆ ਜਾਵੇ ਕਿ ਕੋਈ ਵੀ ਬਿਜ਼ਨਸਮੈਨ ਕਿਸਾਨਾਂ ਦੇ ਪੱਖ 'ਚ ਨਾ ਆਵੇ ਜੀ। ਧੰਨਵਾਦ ਜੀ। ਕੱਲ ਨੂੰ ਫੇਰ 9:15 ਵਜੇ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਸ਼ੁਕਰੀਆ ਜੀ। ਲਿਟਨ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਤੇ ਉਹਦੇ ਲਈ ਐਫਰਟਸ ਜਿਹੜੇ ਮਨਵੀਰ ਗਰੇਵਾਲ ਹੋਰਾਂ ਨੇ ਆਰਗੇਨਾਈਜ਼ ਕੀਤਾ, ਤੇ ਸ਼ੇਰੇ ਪੰਜਾਬ ਰੇਡੀਓ ਤੋਂ ਪਿਛਲੇ ਸ਼ੁੱਕਰਵਾਰ ਜਦ ਆਪਾਂ ਗੱਲਬਾਤ ਕੀਤੀ ਤਾਂ ਉਸੇ ਸਮੇਂ ਜਿੰਨੇ ਵੀ ਦੋਸਤ ਸੀ, ਲੱਕੀ ਧਾਲੀਵਾਲ ਹੋਰੀ, ਸਰ ਗੁਰਦੀਪ ਸਿੰਘ ਬੁਚਕਰ ਤੇ ਬਾਈ ਜੀ ਭੁੱਲਰ ਹੋਰੀ, ਤੇ ਉਹਨਾਂ ਨੇ ਸਾਰਿਆਂ ਨੇ ਉਸੇ ਸਮੇਂ ਐਕਸ਼ਨ ਕਰਕੇ ਕਿ ਇਹ ਆਪਾਂ ਨੂੰ ਸਰ ਕੁਲਵਿੰਦਰ ਸਿੰਘ ਭੁੱਲਰ ਤੇ ਹੋਰ ਸਾਰੇ ਗਰੁੱਪਾਂ ਨੇ ਆਰਗੇਨਾਈਜ਼ ਕਰਕੇ ਜਦੋਂ ਹੀ 24 ਘੰਟੇ ਦੇ ਵਿੱਚ ਟਰੱਕ ਆਪਾਂ ਮੇਰਠ ਦੇ ਰਾਹ ਪਾ ਦਿੱਤੇ ਸੀ। ਤੇ ਇਹਦੇ ਵਿੱਚ ਜ਼ਿੰਮੇਵਾਰੀ ਤੇ ਆਪ ਸਮਾਂ ਤੇ ਤੁਹਾਡੇ ਰਿਸੋਰਸਸ, ਇਸ ਤਰ੍ਹਾਂ ਇਹ ਜਿਹੜੇ ਕੰਮ ਸਿਰੇ ਚੜ੍ਹਦੇ ਨੇ। ਸੁਨੇਹਾ ਦੇ ਦੇਣਾ, ਬੋਲ ਦੇਣਾ, ਇਹਨਾਂ ਨਾਲ ਚੀਜ਼ਾਂ ਨਹੀਂ ਇਹ ਹੁੰਦੀਆਂ। ਆਪ ਤੁਹਾਨੂੰ ਨਿੱਜ, ਹੁਣ ਇੰਡੀਜਨਸ ਲੋਕਾਂ ਦੀ ਗੱਲ ਹੈ, ਜੇ ਜਾ ਕੇ ਕੈਮਲੂਸ ਤੱਕ ਦਿਹਾੜੀ ਲਾ ਕੇ ਦੇਖ ਕੇ ਪਤਾ ਲੱਗਦਾ ਵੀ ਇੰਡੀਜਨਸ ਲੋਕ ਕੀ ਨੇ, ਉਹਨਾਂ ਦੀਆਂ ਗੱਲਾਂ ਕਰ ਲੈਣੀਆਂ, ਉਹਦਾ ਕੋਈ ਇਸ਼ੂ ਨਹੀਂ ਹੈ। ਉਹ ਤਾਂ ਸੌਖੀਆਂ ਨੇ, ਤੁਸੀਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, ਪਰ ਜੇ ਤੁਸੀਂ ਜ਼ਿੰਦਗੀ ਨੂੰ ਨਾਲ ਆਪ ਪਾਵੋ ਫੇਰ ਹੈ। ਮੈਂ ਪਹਿਲਾਂ ਵੀ ਕਿਹਾ ਵੀ ਸਿੰਬੋਲਿਕ ਜਿਹੜੇ ਜੈਸਚਰਸ ਨੇ ਉਹ ਇੱਕ ਹੋਰ ਚੀਜ਼ ਹੈ। ਸੋ ਇਹ ਹੁਣ ਲਿਟਨ ਦੇ ਵਿੱਚ ਫੇਰ ਜਿਹੜੀ ਜ਼ਰੂਰਤ ਉਹਨਾਂ ਦੀ ਪਈ ਹੈ, ਖਾਸ ਜਿਹੜਾ ਸਮਾਨ ਉੱਥੇ ਲਈ ਚਾਹੀਦਾ ਉਹਨਾਂ ਨੇ ਕਿਹਾ। ਤੇ ਧੰਨਵਾਦ ਹੈ ਸਰ ਗੁਰਦੀਪ ਸਿੰਘ ਬੁਚਕਰ ਦਾ, ਐਕਮੇ ਟਰਾਂਸਪੋਰਟ ਵਾਲਿਆਂ ਦਾ। ਉਹਨਾਂ ਨੇ ਟ੍ਰੇਲਰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਖੜਾ ਕੀਤਾ, ਲੱਕੀ ਧਾਲੀਵਾਲ ਹੋਣਾ ਨੇ, ਅਮਰ ਟਰੱਕਿੰਗ, ਉਹਨਾਂ ਦਾ ਧੰਨਵਾਦ। ਜਿਹੜਾ ਆਪ ਇਨੀਸ਼ੀਏਟਿਵ ਲੈ ਕੇ ਬਿਨਾਂ ਕਹਿਣ ਤੇ ਜਿਹੜਾ ਕਰਨਾ ਹੈ, ਇਹ ਬਹੁਤ ਜ਼ਰੂਰੀ ਹੈ। ਹੁਣ ਲਿਟਨ ਦੇ ਵਿੱਚ ਫੂਡ ਆਈਟਮ ਜਿਹੜੀਆਂ ਗਲੂਟਨ ਫਰੀ, ਜਿਹੜੀ ਹਨੀ, ਤੇ ਜਿਹੜੀ ਉਹਦੇ ਬਾਅਦ ਸ਼ੂਗਰ ਵਾਲਿਆਂ ਲਈ ਕੁਝ ਚੀਜ਼ਾਂ, ਤੇ ਵੀਗਨ ਜਿਹੜੀਆਂ ਡਾਈਟਸ ਨੇ, ਫੂਡ ਸਟੋਰੇਜ ਕੰਟੇਨਰ, ਐਲੂਮੀਨੀਅਮ ਫੋਇਲਸ ਜਿਹੜੀਆਂ, ਜ਼ਿਪਲੌਕ ਬੈਗਸ, ਕੱਲ੍ਹ ਤੁਹਾਨੂੰ ਦੱਸੇ 3XL ਮੈਨ ਤੇ ਵੂਮਨ ਦੇ ਕੱਪੜੇ, ਉਸ ਤੋਂ ਬਾਅਦ ਪੈਨਸ, ਪੌਟਸ, ਬੇਕਿੰਗ ਡਿਸ਼ਜ਼, ਕੈਨ ਓਪਨਰ, ਬੇਕਿੰਗ ਪਾਊਡਰ, ਕੁਕਿੰਗ ਆਇਲ, ਤੇ ਇੰਸਟੈਂਟ ਪੋਟੈਟੋਜ਼ ਜਿਹੜੇ ਨੇ, ਸ਼ੂਗਰ ਜਿਹੜੀ ਚੀਨੀ ਹੈ, ਆਟਾ ਹੈ, ਸਨਸਕਰੀਨ ਹੈ, ਬਗ ਸਪਰੇ ਹੈ, ਨੇਲ ਕਲਿੱਪਰ ਹੈ, ਡਿਸੇਬਿਲਿਟੀ ਆਈਟਮ ਨੇ ਜਿਹਦੇ 'ਚ ਖੂੰਡੀਆਂ ਤੇ ਵਾਕਰ ਵਗੈਰਾ, ਬਾਥ ਟਬ ਸਟੂਲਸ, ਇਹ ਜਿਹੜਾ ਸਮਾਨ ਹੈ ਇਹ ਚਾਹੀਦਾ। ਸੋ ਇਹਨੂੰ ਆਰਗੇਨਾਈਜ਼ ਆਪਾਂ ਕਰ ਰਹੇ ਹਾਂ ਹੁਣ ਫੇਰ ਸਾਰਾ ਗਰੁੱਪ। ਤੇ ਮਨਵੀਰ ਸਿੰਘ ਗਰੇਵਾਲ ਨੂੰ 604 902 3210 ਤੇ ਤੁਸੀਂ ਗੱਲਬਾਤ ਕਰ ਲਿਓ। 604902 3210 604 902 3210 ਇਹ ਨੰਬਰ ਹੈ। ਸ੍ਰੀ ਗੁਰਦੁਆਰਾ ਸਾਹਿਬ ਤੇ ਐਬਸਫੋਰਡ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ, ਤੁਸੀਂ ਉੱਥੇ ਜਾਓ, ਸੇਵਾਦਾਰ ਉੱਥੇ ਹੁੰਦੇ ਆ। ਜੇ ਬਾਈ ਦਾ ਵੇ ਤੁਹਾਨੂੰ ਨਾ ਮਿਲਣ ਮਨਵੀਰ ਦੇ ਨਾਲ ਜਾਂ ਮੈਨੂੰ, 604 729 1224 ਤੇ ਗੱਲਬਾਤ ਉਸੇ ਸਮੇਂ ਕਰਨੀ ਹੈ। ਤੇ ਤੁਹਾਨੂੰ ਜਿਹੜੀ ਮਤਲਬ ਸਮਾਨ ਜੇ ਲਾਉਣ ਦੇ ਲਈ ਮੁਸ਼ਕਿਲ ਹੈ। ਤੇ ਇੱਕ ਮੈਂ ਬੇਨਤੀ ਕਰਾਂ, ਇਹ ਜਦ ਮਨੁੱਖਤਾ ਦੇ ਕੰਮ ਹੁੰਦੇ ਆ, ਮਨੁੱਖਤਾ ਦੇ ਸਾਂਝੇ ਕੰਮਾਂ ਲਈ ਇਸ ਮੰਚ ਨੇ ਪਿਛਲੇ 20 ਵਰ੍ਹਿਆਂ ਤੋਂ, ਇਹ ਸਾਡੀਆਂ ਫੋਟੋਆਂ ਸਾਡੇ ਨਾਂ ਨਹੀਂ ਹੈ, ਨਾ ਕਿਸੇ ਹਸਪਤਾਲ 'ਚ, ਨਾ ਕਿਸੇ 5 ਰਿਵਰ 'ਚ, ਨਾ ਕਿਤੇ। ਹਾਂ, ਤੁਹਾਡੇ ਨਾਂ ਨੇ। ਜਿਹੜਾ ਸਕੂਲ ਬਣਾਇਆ ਸੀ ਆਜ਼ਾਦ ਕਸ਼ਮੀਰ ਦੇ ਵਿੱਚ, ਉਹ ਤੁਹਾਡੀ ਵੈਨਕੂਵਰ ਦੀ ਸੰਗਤ ਵੱਲੋਂ ਲਿਖ ਕੇ ਬਾਦ ਸਾਹਿਬ ਵੱਡੇ ਆਪ ਜਾ ਕੇ ਤੁਹਾਡਾ ਇੱਕ ਇੱਕ ਪੈਸਾ ਕੋਲੋਂ ਟਿਕਟਾਂ ਲਾ ਕੇ ਖੇਤੀ ਲਈ ਡਾਲਰ ਇਕੱਠੇ ਕੀਤੇ, ਬਣੇ ਬਣਾਏ ਤੁਹਾਡੇ ਪੈਸੇ ਸ੍ਰੀ ਗੁਰਦੁਆਰਾ ਸਾਹਿਬ ਦੀ ਉਸ ਸਮੇਂ ਦੀ ਸੇਵਾਦਾਰਾਂ ਨੂੰ ਫੜਾਇਆ।
ਵੀ ਆਹ ਲਓ ਫੜੋ, ਤੁਸੀਂ ਦੇ ਕੇ ਆਓ। 5 ਰਿਵਰ ਫਿਊਨਰਲ ਹਾਲ ਬਣਾਇਆ, ਪਤਾ ਹੀ ਨਹੀਂ ਕਿੰਨੇ ਘੰਟੇ ਉਸ ਸਮੇਂ ਰੇਡੀਓ ਪੰਜਾਬ ਜਦ ਹੁੰਦਾ ਸੀ 1550 ਹੀ ਸੀ, ਅਤੇ ਉਹਦੇ 'ਤੇ ਪਤਾ ਹੀ ਨਹੀਂ ਕਿੰਨੇ ਘੰਟੇ ਦਿੱਤੇ। ਉਸ ਤੋਂ ਬਾਅਦ ਤੁਹਾਡੇ ਹੁਣ ਜਿਹੜਾ ਕਿਸਾਨਾਂ ਲਈ ਤੁਹਾਡਾ $1 ਜਿਹੜਾ ਲਿਖਤੀ 'ਚ ਹੈ, ਜਿਹੜਾ ਸਾਡੇ ਕੋਲ ਆ ਸਾਂਭਿਆ ਪਿਆ, ਉਹ ਸਮਾਂ ਨਹੀਂ ਠੀਕ ਹੋ ਰਿਹਾ, ਜਾਣ ਦਾ ਫਲਾਈਟਾਂ ਦਾ ਰੇੜਕਾ ਹੈ ਉੱਥੇ, ਅਤੇ ਕੁਝ ਅਜਿਹੀਆਂ ਚੀਜ਼ਾਂ ਸਾਨੂੰ ਹਰਡਲਸ ਪਈਆਂ ਪੈਸੇ ਇਕੱਠੇ ਕਰਨ ਤੋਂ ਬਾਅਦ। ਉਹ ਤੁਹਾਨੂੰ ਦੱਸਾਂਗੇ, ਪੈਸੇ ਡਿਲੀਵਰ ਹੋ ਜਾਣ ਫਿਰ ਦੱਸਾਂਗੇ ਵੀ ਕਿਸ ਤਰ੍ਹਾਂ ਕੀ ਹੋਇਆ। ਸੌਖਾ ਨਹੀਂ ਹੈ ਇਹ, ਪਰ ਇਉਂ ਨਹੀਂ ਹੈ ਵੀ ਤੁਹਾਡੇ 10 ਸੈਂਟ ਇੱਧਰ ਉੱਧਰ ਹੋ ਜਾਣਗੇ। ਉਹ ਜਾ ਨਾ ਹੋਇਆ ਕਿਉਂਕਿ ਫਲਾਈਟਸ ਹੈ ਨਹੀਂ, ਜਾਣਾ ਨਹੀਂ ਕੋਈ ਚਾਹੁੰਦਾ ਉਸ ਸਮੇਂ, ਕੋਵਿਡ ਦੇ ਉਸ ਸਮੇਂ 'ਚ। ਅਤੇ ਫਿਰ ਜਿਨ੍ਹਾਂ ਨੂੰ ਆਪਾਂ ਮਨੀ ਦੇਣੀ ਚਾਹੁੰਦੇ ਹਾਂ ਉਹ ਵੀ ਕੋਈ ਦਿੱਲੀ ਬੈਠਾ, ਕੋਈ ਕਿਤੇ ਬੈਠਾ। ਇਹ ਸੀ ਵੀ ਜੇ ਇਹਨਾਂ ਦੀਆਂ ਮੰਗਾਂ ਮੁੱਕ ਜਾਣ, ਇੱਕ ਇਹ ਚੈਪਟਰ ਖਤਮ ਹੋ ਜਾਵੇ, ਇਹ ਪੰਜਾਬ ਪਹੁੰਚ ਜਾਣ, ਅਤੇ ਫਿਰ ਉਹਨੂੰ ਆਪਾਂ ਡਿਲੀਵਰ ਕਰ ਦਈਏ। ਸੋ ਇਸੇ ਤਰ੍ਹਾਂ ਹੀ ਹੁਣ ਲਿਟਨ ਹੈ, ਘੰਟਿਆਂ ਵੱਧੀ ਆਪਾਂ ਇਸ ਸ਼ੋਆਂ 'ਤੇ ਗੱਲ ਕੀਤੀ ਹੈ, ਅਤੇ ਇਸ 'ਤੇ ਜੇ ਔਰ ਨਾਲ ਜਾ ਕੇ ਖੜ੍ਹੇ ਆ ਉੱਥੇ, ਔਰਗੇਨਾਈਜ਼ ਕੀਤਾ। ਉਸ ਸਮੇਂ ਟਰੱਕ ਜਾਣੇ ਨਹੀਂ ਸੀ, ਉੱਧਰੋਂ ਕਹਿਤਾ ਵੀ ਆਇਓ ਨਾ, ਮੇਰਠ 10 ਮਿੰਟਾਂ 'ਚ ਔਰਗੇਨਾਈਜ਼ ਕਰਕੇ ਦਿੱਤਾ ਸਰਦਾਰ ਗੁਰਦਿਆਲ ਸਿੰਘ ਬਾਦ ਨੇ ਉਸੇ ਸਮੇਂ। ਸੋ ਇਹ ਇਸ ਤਰ੍ਹਾਂ ਨਹੀਂ ਹੈ ਵੀ ਤੁਸੀਂ ਕੰਮ ਜੇ ਸ਼ੇਰੇ ਪੰਜਾਬ ਨੇ ਕਰਨਾ, ਅਸੀਂ ਨਹੀਂ ਚਾਹੁੰਦੇ ਵੀ ਸਾਡੇ ਮੋਢਿਆਂ 'ਤੇ ਉੱਪਰ ਝੰਡੇ ਨੇ, ਪਰ ਆਰਗੇਨਾਈਜ਼ਰ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਜੇ ਤੁਸੀਂ ਕਿਸੇ ਵੀ ਮੰਚ 'ਤੇ ਜਾਂਦੇ ਹੋ, ਐਕਨੋਲੇਜ ਤੁਹਾਨੂੰ ਕਰਨਾ ਚਾਹੀਦਾ। ਮੰਚ ਵਾਲੇ ਤੁਹਾਨੂੰ ਇਹ ਨਹੀਂ ਕਹਿੰਦੇ ਕੁਛ ਬਈ ਤੁਹਾਨੂੰ ਨਾਂ ਲੈਣੋਂ ਤੁਹਾਡੀ ਪਾਬੰਦੀ ਹੈ। ਜਿਨ੍ਹਾਂ ਨੇ ਕੰਮ ਕੀਤਾ, ਜੇ ਕਿਤੇ ਜਾਣਾ ਹੈ ਤਾਂ ਉਸ ਦੀ ਗੱਲ ਜ਼ਰੂਰੀ ਕਰਨੀ ਬਣਦੀ ਹੈ ਵੀ ਕਿਹਨਾਂ ਨੇ ਆਰਗੇਨਾਈਜ਼ ਕੀਤਾ। ਇਹ ਬਹੁਤ ਆਰਗੇਨਾਈਜੇਸ਼ਨ ਵਿਅਕਤੀ ਵਿਸ਼ੇਸ਼ ਨਹੀਂ, ਆਰਗੇਨਾਈਜੇਸ਼ਨ ਨੂੰ ਘੰਟਿਆਂ ਵੱਧੀ ਕੰਮ ਹੈ। ਇਹਨੂੰ ਜਦ ਸੈੱਟ ਤੁਸੀਂ ਕਰਨਾ, ਇਸ ਨੂੰ ਸਮਾਂ ਲੱਗਦਾ। ਇਹ ਚੀਜ਼ਾਂ ਐ ਨਹੀਂ ਹੈ ਇੱਕ ਬਾਹਰ ਮਨ ਦੇ ਵਿੱਚ ਹੈ ਬਈ ਕੋਈ ਵੀ ਮੁਸ਼ਕਿਲ ਹੈ, ਬਾਈ ਜੀ ਨੂੰ ਕਰੋ ਫੋਨ, ਤੇ ਮੈਂ ਆਪਣਾ ਸ਼ੋਅ ਛੱਡ ਕੇ ਗੱਲ ਚੱਲਦੀ ਤੁਹਾਡੀ ਗੱਲ ਸ਼ੁਰੂ ਕਰ ਦਿੰਦਾ ਉਸੇ ਸਮੇਂ। ਪਰ ਇਹ ਕਿੱਥੋਂ ਹੈ? ਇਹ ਮਾਈਕ ਜਿਹੜਾ ਮਿਲਿਆ ਹੋਇਆ ਉੱਥੋਂ ਹੈ। ਬੜਾ ਔਖਾ ਹੈ, ਕਰਕੇ ਤਾਂ ਵੇਖਿਓ ਕਿਤੇ, ਕਿਸੇ ਨੂੰ ਕਹੋ ਸਹੀ ਵੀ ਜੀ ਆ ਸਾਡੀ ਗੱਲ ਕਰ ਦਿਓ। ਅਗਲੇ ਕਹਿੰਦੇ ਪਹਿਲਾਂ ਮੈਨੇਜਮੈਂਟ ਨੂੰ ਪੁੱਛਾਂਗੇ, ਅਗਲੇ ਹਫਤੇ ਗੱਲ ਯਾਦ ਕਰਾਇਓ, ਫਿਰ ਅਗਲੇ ਹਫਤੇ ਨਹੀਂ ਜੀ ਮੰਨਦੇ ਨਹੀਂ, ਅਤੇ ਮੇਰੇ ਕੰਨ 'ਚ ਤੁਹਾਡੀ ਵਲੇਲ ਪਾਈ ਨਹੀਂ ਅਤੇ ਮੈਂ ਕੰਮ ਸ਼ੁਰੂ ਨਹੀਂ ਕੀਤਾ। ਇਹ ਸਾਰਾ ਕੁਛ ਉਸ ਮੰਚ ਤੋਂ ਹੈ ਜਿੱਥੇ ਇਹ ਆਪਣੀ, ਸੋ ਉਹ ਮੰਚ ਦਾ ਮਾਣ ਤੁਹਾਨੂੰ ਨਾਲ ਰੱਖਣਾ ਪੈਣਾ। ਇਸ ਤਰ੍ਹਾਂ ਨਹੀਂ ਗੱਲ ਹੋਣੀ ਬਈ ਆਪਾਂ ਇਹ ਆਪਣੇ ਮਨ 'ਚ ਹੋਵੇ ਬਈ ਨਹੀਂ ਬਈ ਕੰਮ ਅਸੀਂ ਇੱਥੋਂ ਕਰਦੇ ਹਾਂ, ਨਾ ਤੁਸੀਂ ਕਿਸੇ ਹੋਰ ਦਾ ਪ੍ਰਮੋਟ ਕਰਨਾ, ਇਹ ਨਹੀਂ ਠੀਕ ਹੈ। ਗੁਣਾਂ ਦੇ ਨਾਲ ਚੀਜ਼ਾਂ ਹੁੰਦੀਆਂ ਨੇ, ਅਤੇ ਗੁਣਾਂ ਦੀ ਉਹ ਸਾਂਝ ਹੈ। ਹੁਣ ਮੇਰੇ ਨਾਲ ਪਰਮਿੰਦਰ ਸਿੰਘ ਥਿੰਦ ਨੇ। ਲੱਕੀ ਧਾਲੀਵਾਲ ਜੀ, ਅਗਲੇ ਘੰਟੇ ਦੇ ਪਹਿਲੇ ਹਿੱਸੇ 'ਚ ਆਪਾਂ ਗੱਲ ਕਰਾਂਗੇ। ਸੌਰੀ, ਮੇਰਾ ਸੈਗਮੈਂਟ ਦਾ ਸਮਾਂ ਪੇਡ ਇੱਕ, ਸੌਰੀ, ਤੁਸੀਂ ਜਾਂ ਵੇਟ ਕਰ ਲਿਓ। ਥਿੰਦ ਸਾਹਿਬ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ। ਇੰਡਸਟਰੀ ਦੇ ਵਿੱਚ ਨਵੀਂ ਕੀ ਖਬਰ ਹੈ ਜੀ? ਨਵਾਂ ਤਾਂ ਜੀ ਇਹ ਹੈ ਵੀ ਹਰੇਕ ਵਾਰੀ ਕਹਿੰਦੇ ਵੀ ਦੌੜ ਲੱਗੀ ਹੋਈ ਹੈ ਹਰੇਕ ਨੂੰ ਉੱਪਰ ਨੰਬਰ 1 ਤੇ ਆਉਣ ਦੀ। ਉੱਦਾਂ ਹੀ ਇੰਸ਼ੋਰੈਂਸ ਕੰਪਨੀਆਂ ਵੀ ਉਹ ਕਹਿ ਰਹੀਆਂ ਵੀ ਅਸੀਂ ਆਪਦੀਆਂ ਪ੍ਰਾਈਸਾਂ, ਕਈਆਂ ਨੇ ਟਰਮ ਦੀ ਪ੍ਰਾਈਸ ਘਟਾ ਰਹੇ ਨੇ, ਕਈਆਂ ਨੇ ਆਫਰ ਲਾਈਆਂ ਸੀ ਉਹ ਬੰਦ ਕਰਤੀਆਂ। ਹੁਣ ਕੋਈ ਹੋਰ ਕੰਪਨੀ ਨੇ ਉਹ ਕਹਿੰਦੀਆਂ ਵੀ ਅਸੀਂ ਟਰਮ ਦੀ, ਅਸੀਂ ਹੁਣ ਅਗਰੈਸਿਵ ਪ੍ਰਾਈਸ ਦੇਣੀ ਹੈ, ਅਤੇ ਇਹ ਮਾਰਕੀਟ ਚੱਲ ਰਿਹਾ ਜੀ। ਅਤੇ ਨਾਲੇ ਇਹ ਜਦੋਜਹਿਦ ਚੱਲ ਰਹੀ ਹੈ ਜ਼ਿਆਦਾ ਤੋਂ ਜ਼ਿਆਦਾ ਬਗੈਰ ਮੈਡੀਕਲ ਤੋਂ, ਕਹਿੰਦੇ ਵੀ ਅਸੀਂ ਪ੍ਰਮੋਟ ਕਰਦੇ ਹਾਂ ਵੀ $5 ਮਿਲੀਅਨ ਤੱਕ ਸਾਡੀ ਇੰਸ਼ੋਰੈਂਸ ਪ੍ਰੋਵਾਈਡ ਕਰ ਦਿਆਂਗੇ, ਕੋਈ ਡਾਕਟਰ ਨਹੀਂ ਹੋਣੀ। ਇਹ ਰੇਸ ਆ, ਰੇਸ ਲੱਗੀ ਹੋਈ ਹੈ, ਇਹ ਚੱਲ ਰਿਹਾ ਜੀ ਇੰਡਸਟਰੀ ਦੇ ਵਿੱਚ। ਅੱਛਾ, ਇੱਕ ਬੇਸਿਕਲੀ ਇਹ ਗੱਲ ਕੀਤੀ ਜਾਂਦੀ ਹੈ ਕਿ ਇੰਸ਼ੋਰੈਂਸ ਦੀ ਗੱਲ ਕਰਦਿਆਂ ਮੌਤ ਯਾਦ ਆਉਂਦੀ ਆ। ਮੌਤ ਤੋਂ ਬੰਦਾ ਡਰਦਾ। ਛੋਟੇ ਜਵਾਕਾਂ ਦੀ ਕਹਿੰਦੇ ਇੰਸ਼ੋਰੈਂਸ ਕਰਾ ਲਓ, ਸਸਤੀ ਆ। ਉਹ ਕਹਿੰਦਾ ਯਾਰ ਤੂੰ ਕਿਹੜੀਆਂ ਗੱਲਾਂ ਕਰਦਾ, ਹਾਲੇ 10 ਸਾਲਾਂ ਦਾ ਜਵਾਕ ਹੈ। ਮਤਲਬ ਫੀਲਿੰਗ ਹੈ ਵੀ ਇਸ ਜਹਾਨ ਤੋਂ ਜਾਣਾ ਨਹੀਂ। ਇੰਸ਼ੋਰੈਂਸ ਜਿਹੜੀ ਹੈ ਤਾਂ ਉਹਦੇ ਬਾਰੇ ਜਦ ਤੁਸੀਂ ਗੱਲ ਕਰਦੇ ਹੋ, ਜ਼ਿੰਦਗੀ ਸੌਖੀ ਹੁੰਦੀ ਆ ਕਿ ਔਖੀ ਹੁੰਦੀ ਆ ਇੰਸ਼ੋਰੈਂਸ ਲੈ ਕੇ ਜੀ? ਦੇਖੋ ਜੀ, ਆਪਾਂ ਸਾਰੇ ਕੰਮ ਭੱਜੇ ਫਿਰਦੇ ਹਾਂ, ਸੌਖ ਵਾਸਤੇ ਕਰਦੇ ਹਾਂ, ਕੁਛ ਵੀ ਕਰਦੇ ਹਾਂ ਮਨ ਦੀ ਖੁਸ਼ੀ ਵਾਸਤੇ ਕਰਦੇ ਹਾਂ। ਇੰਸ਼ੋਰੈਂਸ ਵੀ ਇੱਕ ਉੱਦਾਂ ਦੀ ਚੀਜ਼ ਹੈ, ਸਾਡੀ ਮਨ ਦੀ ਖੁਸ਼ੀ ਹੈ। ਸਾਨੂੰ ਪਤਾ ਹੈ ਵੀ ਜਿਹੜਾ ਆਲੇ ਦੁਆਲੇ ਸਾਡੇ ਹੈਗਾ, ਅਸੀਂ ਕੁਛ ਬਣਾਇਆ, ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰਨਾ। ਜਿਹੜੀਆਂ ਸਾਡੀਆਂ ਮੋਰਟਗੇਜ ਹੈ, ਸਾਡੀਆਂ ਜਿਹੜੀਆਂ ਡੈਟ ਹੈ, ਜਿਹੜਾ ਸਾਡਾ ਪਰਿਵਾਰ ਹੈ, ਜਿਨ੍ਹਾਂ ਨੂੰ ਖਾਤਰ ਅਸੀਂ ਹਰ ਰੋਜ਼
ਭੱਜੇ ਫਿਰਦੇ ਹਾਂ। ਜੇ ਅਸੀਂ ਘਰ ਮੁੜ ਕੇ ਨਹੀਂ ਆਉਂਦੇ ਆ ਜਾਥਣੇ ਤੇ ਫਿਰ ਉਹ ਲੈਣ ਦੇਣ ਕਿੰਨੇ ਹੋਣ। ਇਹ ਸਿਰਫ ਪੀਸ ਆਫ ਮਾਈਂਡ ਆ, ਇਹ ਨਹੀਂ ਵੀ ਹੁਣ ਚਾਂਸਿਸ ਬਹੁਤ ਘੱਟ ਨੇ ਹੋਣ ਦੇ, ਪਰ ਇੱਕ ਪੀਸ ਇਹ ਹੈ ਵੀ ਹੁਣ ਖਰਚਾ ਆ, ਆਪਾਂ ਰੋਜ਼ ਖਾਂਦੇ ਹਾਂ ਬਾਹਰ, ਜਾਂ ਫੋਨ ਦਾ ਬਿੱਲ ਆ, ਮੁੜ ਕੇ ਤਾਂ ਕੁਛ ਆਉਂਦਾ ਨਹੀਂ, ਆਪਾਂ ਫੋਨ ਵਰਤਦੇ ਹੀ ਹਾਂ ਗੱਲਾਂ ਬਾਤਾਂ ਕਰਨ ਨੂੰ। ਉੱਦਾਂ ਇੱਕ ਇੰਸ਼ੋਰੈਂਸ ਦਾ ਇੱਕ ਖਰਚਾ ਹੈ ਵੀ ਤੁਹਾਨੂੰ ਪਤਾ ਹੈ ਵੀ ਜਿਹੜੀਆਂ ਤੁਹਾਡੀਆਂ ਚੀਜ਼ਾਂ, ਜਿਹੜੇ ਤੁਹਾਡੇ ਡਰੀਮ ਨੇ, ਉਹ ਤੁਸੀਂ ਪੂਰੇ ਕਰਨੇ ਨੇ। ਜਸਟ ਇਨ ਕੇਸ ਕਿਤੇ ਗੱਡੀ ਅੜ ਗਈ, ਕੁਝ ਹੋ ਗਿਆ, ਉਹਦੇ ਵਾਸਤੇ ਪੀਸ ਆਫ ਮਾਈਂਡ ਵਾਸਤੇ ਇੰਸ਼ੋਰੈਂਸ ਹੈ। ਪਹਿਲੀ ਗੱਲ ਮੈਂ ਹਮੇਸ਼ਾ ਇਹੀ, ਜਿਹੜੇ ਵੀ ਪਰਿਵਾਰ ਮਿਲਦੇ ਨੇ ਉਹਨਾਂ ਨੂੰ ਇਹੀ ਕਹਿਣਾ, ਇੰਸ਼ੋਰੈਂਸ ਨਾ ਹੀ ਪੈਸੇ ਸੇਵਿੰਗ ਕਰਨ ਵਾਸਤੇ ਨੇ, ਨਾ ਹੀ ਤੁਸੀਂ ਇਹਨੂੰ ਕੁਛ ਇਹਦੇ ਚੋਂ ਕੋਈ ਕੱਢਣਾ ਹੈ। ਇਹ ਤਾਂ ਤੁਸੀਂ ਆਪਦੀ ਪੀਸ ਆਫ ਮਾਈਂਡ ਹੈ। ਉਦੋਂ ਬਾਅਦ ਜੇ ਤੁਹਾਡਾ ਹੈਗੀ ਇਹ ਹਿੰਮਤ ਜਾਂ ਤੁਹਾਡਾ ਅਫੋਰਡੇਬਿਲਿਟੀ ਹੈਗੀ, ਤੁਸੀਂ ਚੀਜ਼ਾਂ ਬਾਰੇ ਸੋਚ ਸਕਦੇ ਹੋ, ਤਾਂ ਪਹਿਲੀ ਗੱਲ ਆ ਆਪਦੇ ਪਰਿਵਾਰ ਨੂੰ ਪ੍ਰੋਟੈਕਟ ਕਰੋ। ਇਹ ਹੈ ਜੀ ਮੇਨ ਤਾਂ ਇੰਸ਼ੋਰੈਂਸ ਦਾ ਕੰਮ। ਤੇ ਮੈਨੂੰ ਜਦ ਅਕਸਰ ਆਪਾਂ ਗੱਲ ਕਰਦੇ ਹਾਂ ਤਾਂ ਮੈਡੀਕਲ ਕਰਾਉਣ ਤੋਂ ਬਹੁਤ ਲੋਕ ਡਰਦੇ ਆ ਯਾਰ, ਵੀ ਮੈਡੀਕਲ 'ਚ ਜੇ ਫੇਲ ਹੋ ਗਏ ਇੰਸ਼ੋਰੈਂਸ ਕਿਵੇਂ ਹੋਊ? ਬਿਨਾਂ ਮੈਡੀਕਲ ਤੇ ਵੀ ਇੰਸ਼ੋਰੈਂਸ ਹੋ ਜਾਂਦਾ ਜੀ? ਹਾਂਜੀ, ਇਹੀ ਹੁਣ ਜੇ ਆਪਾਂ ਪਹਿਲਾਂ ਦੌੜ ਦੀ ਆਪਾਂ ਗੱਲ ਕਰ ਰਹੇ ਸੀ, ਕਈ ਕੰਪਨੀਆਂ ਨੇ ਹੁਣ ਬਹੁਤ ਉਹਨਾਂ ਨੇ ਕੀਤਾ ਸੀ ਬਗੈਰ ਮੈਡੀਕਲ ਤੋਂ ਅਸੀਂ ਇੰਸ਼ੋਰੈਂਸ ਕਰ ਦਿਆਂਗੇ ਜੀ, 5 ਮਿਲੀਅਨ ਤੱਕ ਕਰ ਦਿਆਂਗੇ ਜੀ। ਪਹਿਲਾਂ 1 ਮਿਲੀਅਨ ਦੀ ਹੋਈ, ਫਿਰ 2 ਦੀ ਹੋਈ, ਹੁਣ 3 ਦੀ, ਹੁਣ 5 ਤੱਕ ਹੋ ਗਈ। ਪਰ ਮੇਨ ਜਿਹੜੀ ਇਹਦੇ 'ਚ ਗੱਲ ਕਰਨ ਵਾਲੀ ਇਹ ਗੱਲ ਹੈ ਜੀ, ਜਦੋਂ ਵੀ ਕੋਈ ਇੰਸ਼ੋਰੈਂਸ ਲੈਣੀ ਆਪਾਂ ਜਾਂ ਕਰਨੀ, ਕੰਪਨੀ ਨੇ ਆਪਾਂ ਨੂੰ ਆਪਸ਼ਨ ਦੇਣੀ ਹੈ ਇਹ ਵੀ ਤੁਸੀਂ ਲੈ ਸਕਦੇ ਹੋ, ਨਹੀਂ ਲੈ ਸਕਦੇ ਤੁਸੀਂ, ਉਹਨਾਂ ਨੇ ਆਪਦੀ ਪੁੱਛ ਪੜਤਾਲ ਕਰਨੀ ਆ। ਪਰ ਇਹ ਹੈ ਵੀ ਜਦੋਂ ਤੁਸੀਂ ਬਗੈਰ ਮੈਡੀਕਲ ਤੋਂ ਹੈ, ਮੋਸਟਲੀ ਚਾਂਸਿਸ ਨੇ ਤੁਹਾਨੂੰ, ਜੇ ਤੁਹਾਡੀ ਸਿਹਤ ਵਧੀਆ ਤਾਂ ਤੁਹਾਨੂੰ ਬੈਟਰ ਰੇਟ ਨਹੀਂ ਮਿਲਦਾ, ਤੁਸੀਂ ਖੁੰਝ ਜਾਂਦੇ ਹੋ ਉਸ ਗੱਲ ਤੋਂ। ਨਾਲੇ ਦੂਜੀ ਗੱਲ ਇਹ ਵੀ ਚੀਜ਼ ਤੁਹਾਨੂੰ ਮਹਿੰਗੀ ਮਿਲਦੀ ਹੈ। ਜਿਹੜੀਆਂ ਡਾਕਟਰੀ ਦੇ ਨਾਲ ਇੰਸ਼ੋਰੈਂਸ ਹੋਣੀਆਂ ਉਹ ਸਸਤੀਆਂ ਨੇ, ਬਗੈਰ ਡਾਕਟਰੀ ਤੋਂ ਤੁਹਾਨੂੰ ਉਹ ਚੀਜ਼ ਮਹਿੰਗੀ ਮਿਲਣੀ ਹੈ। ਇਹ ਸੋਚਣ ਦੀ ਲੋੜ ਹੈ। ਪਰ ਹਾਂ, ਜਿਹਨੇ ਆਪਦੀ ਡੁਗਡੁਗੀ ਵਜਾਣੀ ਉਹਨੇ ਕਹਿਣਾ ਵੀ ਇਹੀ ਤਾਂ ਚੀਜ਼ ਆ, ਬਗੈਰ ਡਾਕਟਰ ਤੋਂ ਹੋ ਜਾਊਗਾ, ਡਰੋ ਨਾ ਜੀ ਚੀਜ਼ ਲੈ ਲਓ। ਪਰ ਉਹਦਾ ਜਿਹੜਾ ਨੁਕਸਾਨ ਆ ਉਹ ਇਹ ਨਾ ਸੋਚੋ ਵੀ ਆਪਾਂ ਇੰਸ਼ੋਰੈਂਸ ਲੈ ਲਈ ਤੇ ਚੀਜ਼ ਹੋ ਗਈ। ਇਹ ਉਹ ਸਾਰਾ ਕੁਛ ਦੇਖਦੇ ਨੇ, ਕਿਉਂਕਿ ਆਪਣੇ ਤਾਂ 100 ਲੱਗਿਆ ਜਾਂ $50 ਲੱਗਿਆ, ਅਗਲਿਆਂ ਦਾ $1 ਮਿਲੀਅਨ ਲੱਗਿਆ। ਉਹਨਾਂ ਕੋਲ ਪੂਰੇ ਹੱਕ ਹਕੂਕ ਨੇ ਨਾ ਕਰਨ ਦੇ। ਜੇ ਆਪਾਂ ਕੋਈ ਵੀ ਚੀਜ਼ ਜਾਂ ਐਡਵਾਈਜ਼ਰ ਨੇ ਕੋਈ ਚੀਜ਼ ਨੋ ਕਰਕੇ ਭੇਜਤੀ, ਉਹ ਤਾਂ ਬਾਅਦ 'ਚ ਹੀ ਪਤਾ ਲੱਗਣਾ, ਉਹਨੂੰ ਤਾਂ ਪਤਾ ਲੱਗਣਾ ਨਹੀਂ, ਉਦੋਂ ਹੀ ਪਤਾ ਲੱਗਣਾ ਵੀ ਵਾਕਿਆ ਇਹ ਚੀਜ਼ ਇਹ ਗਲਤ ਇਨਫੋਰਮੇਸ਼ਨ ਸੀ। ਕਿਉਂਕਿ ਇਹ ਵੀ ਜਦੋਂ ਅਸੀਂ ਕਲੇਮ ਹੈਂਡਲ ਕਰਦੇ ਹਾਂ, ਕਿਉਂਕਿ ਗੁਰੂ ਕਿਰਪਾ ਨਾਲ ਹੁਣ 11ਵਾਂ ਸਾਲ ਹੋ ਗਿਆ ਜੀ, ਜਿੰਨੇ ਵੀ ਕਲੇਮ ਹੁਣ ਤੱਕ ਹੈਂਡਲ ਕੀਤੇ ਨੇ ਸਾਰੇ ਪੇ ਆਫ ਹੋਏ ਨੇ ਲਾਈਫ ਇੰਸ਼ੋਰੈਂਸ ਦੇ, ਡਿਸੇਬਿਲਿਟੀ ਦੇ ਨੇ, ਲਾਈਫ ਇੰਸ਼ੋਰੈਂਸ ਦੇ। ਹੁਣ ਇਹ ਉਦੋਂ ਜਦੋਂ ਤੁਸੀਂ ਇਹ ਚੀਜ਼ਾਂ 'ਚੋਂ ਨਿਕਲਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਵਾਕਿਆ ਹੀ ਜਿਹੜੀਆਂ ਡਾਕਟਰੀ ਵਾਲੀ ਚੀਜ਼ਾਂ ਵਧੀਆ ਕਿ ਬਗੈਰ ਡਾਕਟਰੀ ਵਾਲੀ ਚੀਜ਼ਾਂ ਵਧੀਆ ਨੇ। ਉਦੋਂ ਹੁਣ ਤੁਸੀਂ ਕਿੰਤੂ ਪਰੰਤੂ ਨਾ ਦੇਖੋ, ਜਿਹੜੀ ਡਾਕਟਰੀ ਹੋ ਕੇ ਚੀਜ਼ ਹੋਈ ਹੈ ਉਹ ਟਣਕਾ ਕੇ ਸਾਰਾ ਕੁਝ ਵਧੀਆ ਹੋਇਆ, ਤੁਹਾਡੀ ਸਿਹਤ ਦੇ ਹਿਸਾਬ ਨਾਲ ਚੀਜ਼ ਮਿਲੂਗੀ। ਇਸੇ ਕਰਕੇ ਹਾਂ, ਜੇ ਢਿੱਲ ਮੱਠ ਹੈਗੀ ਆ, ਆਪਸ਼ਨ ਹੈਗੀਆਂ ਨੇ, ਪਰ ਉੱਥੋਂ ਵੀ ਜੇ ਤੁਸੀਂ ਆਨਸਰ ਕਰਨੇ ਨੇ ਪੂਰੇ ਆਪਦੇ ਮੇਕ ਸ਼ੋਰ ਕਰੋ ਜਿਹੜੀਆਂ ਚੀਜ਼ਾਂ ਆਨਸਰ ਕੀਤੀਆਂ ਨੇ ਬਿਲਕੁਲ ਤੁਹਾਡੇ ਹਿਸਾਬ ਨਾਲ ਨੇ। ਜੇ ਕੋਈ ਨਹੀਂ ਤੁਹਾਨੂੰ ਕੁਐਸਚਨ ਹੈਗਾ, ਤੁਸੀਂ ਪੰਜਾਬੀ 'ਚ ਵੀ ਕੰਪਨੀ ਨਾਲ ਗੱਲ ਕਰ ਸਕਦੇ ਹੋ, ਐਡਵਾਈਜ਼ਰ ਨਾਲ ਗੱਲ ਕਰ ਸਕਦੇ ਹੋ, ਉੱਥੋਂ ਫਿਰ ਸਾਰਾ ਕੰਮ ਪੱਕਾ ਹੁੰਦਾ ਜੀ। ਬੈਂਕਰਪਸੀ ਦੀ ਗੱਲ ਕੁਛ ਚੱਲ ਰਹੀ ਹੈ ਇੰਡੀਵਿਜੂਅਲਸ ਦੀ, ਉਹਦਾ ਹੀ ਕਾਰਨ ਕੀ ਨੇ ਉਹਦੇ ਕੋਲ? ਗਿਲ ਸਾਹਿਬ ਹੈਰਾਨ ਹੋਣਗੇ, ਜਿਹੜੀ ਬੈਂਕਰਪਸੀ ਦੇ ਜਾਂ ਆਪਾਂ ਕਹਿੰਦੇ ਹਾਂ ਵੀ ਸਾਰਿਆਂ ਨਾਲੋਂ ਵੱਡੇ ਕਾਰਨ ਜਿਹੜੇ ਹੈਗੇ ਨੇ ਉਹ ਹੈਗਾ ਜੀ ਆਪਣੀ ਸੱਟ ਪੇਟ, ਸਿਕਨੈਸ ਕਰਕੇ। ਜਦੋਂ ਅਸੀਂ ਆਪਦਾ ਗਰਾਰੀ ਅੜ ਜਾਂਦੀ ਹੈ, ਕਿਸ਼ਤਾਂ ਨੇ ਦੇ ਹੁੰਦੀਆਂ, ਸਾਰਿਆਂ ਨਾਲੋਂ ਵੱਡਾ ਕਾਰਨ ਹੈਗਾ ਜੀ ਡਿਸੇਬਿਲਿਟੀ। ਹੁਣ ਇਹ ਵੀ ਆਪਾਂ ਤਾਂ ਹੀ ਕਹਿੰਦੇ ਹਾਂ ਹਮੇਸ਼ਾ ਹੀ ਜਦੋਂ ਵੀ ਤੁਸੀਂ ਆਪਦੇ ਆਪ ਨੂੰ ਸਿਹਤਮੰਦ ਰੱਖੋ, ਸਿਹਤ ਵਧੀਆ ਰੱਖੋ, ਆਪਦਾ ਸਿਹਤ ਦਾ ਖਿਆਲ ਰੱਖੋ ਤੇ ਆਪਦੀ ਡਿਸੇਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਾਓ। ਜੇ ਕੰਮ ਤੋਂ ਹੈਗੀ ਹੈ, ਵਰਕ ਸੇਫ ਹੈਗੀ ਹੈ, ਤੁਹਾਡੀ ਪਰਸਨਲ ਹੈ, ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਕੀ ਹੈ, ਉਦੋਂ ਹੀ ਫਿਰ ਤੁਸੀਂ ਥਿੰਕ ਇੰਸ਼ੋਰੈਂਸ ਦੀ ਟੀਮ ਨਾਲ ਬਹਿ ਕੇ ਗੱਲਬਾਤ ਕਰ ਸਕਦੇ ਹੋ। ਜੇ ਤੁਹਾਨੂੰ ਡਿਸੇਬਿਲਿਟੀ ਚਾਹੀਦੀ ਹੈ, ਜੇ ਹਿਸਾਬ ਲਾ ਲਓ, ਜੇ ਆਪਾਂ ਨੂੰ 6 ਮਹੀਨੇ ਸਾਲ ਘਰੇ ਪੈਸੇ ਨਹੀਂ ਆਉਂਦੇ ਤਾਂ ਕੀ ਹੋਊਗਾ? ਉਦੋਂ ਪੈਸੇ ਕਿੱਥੋਂ ਲੈ ਕੇ ਆਪਾਂ ਆਪਦੇ ਖਰਚੇ ਚਲਾਵਾਂਗੇ? ਜਦੋਂ ਚੀਜ਼ਾਂ ਚੱਲਦੀਆਂ ਨੇ ਵਧੀਆ ਲੱਗਦਾ ਸਾਰਾ ਕੁਝ, ਗੱਡੀਆਂ ਵੀ ਚੱਲਦੀਆਂ ਵਧੀਆ ਲੱਗਦੀਆਂ, ਜਦੋਂ ਖੜ ਜਾਂਦੀਆਂ ਨੇ ਉਦੋਂ ਪੰਗਾ ਪੈਂਦਾ ਵੀ ਹੁਣ ਅਸੀਂ ਉਹਨੂੰ ਰਿਪੇਅਰ ਕਰਾਉਣ ਵਾਸਤੇ ਸਾਡੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ। ਟਰੱਕ ਖੜ ਗਿਆ, ਇੱਕੋ ਦਮ 10,000 20,000 ਲੱਗ ਗਿਆ। ਪਰ ਉਦੋਂ ਇਹ ਚੀਜ਼ਾਂ ਨੇ ਡਿਸੇਬਿਲਿਟੀ, ਭਾਵੇਂ ਸੱਟ ਲੱਗ ਜਾਵੇ, ਭਾਵੇਂ ਸਿਕਨੈਸ ਹੋ ਜਾਵੇ, ਤੁਸੀਂ ਆਪਦੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ। ਬੈਂਕਰਪਸੀ ਦਾ ਸਾਰਿਆਂ ਨਾਲੋਂ ਵੱਡਾ ਕਾਰਨ ਜਿਹੜਾ ਡਿਸੇਬਿਲਿਟੀ ਹੈ, ਤੁਹਾਡੇ ਮੈਡੀਕਲ ਹੈਲਥ ਇਸ਼ੂਜ਼ ਨੇ। ਇਹ ਇਸ ਕਰਕੇ ਵੀ ਆਪਦੀ ਡਿਸੇਬਿਲਿਟੀ ਬਾਰੇ ਜ਼ਰੂਰ ਸੋਚੋ। ਕੋਈ ਵੀ ਕੰਮ ਕਰਦੇ ਹੋ, ਡਿਸੇਬਿਲਿਟੀ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਲੈਂਡਰ ਤੋਂ ਕਰਾਉਂਦੇ ਹੋ, ਬੈਂਕਾਂ ਤੋਂ ਕਰਾਉਂਦੇ ਹੋ, ਚੀਜ਼ ਮਹਿੰਗੀ ਮਿਲਦੀ ਹੈ, ਤੁਹਾਡੇ ਹਿਸਾਬ ਨਾਲ ਨਹੀਂ, ਤੁਹਾਡੇ ਆਕੂਪੇਸ਼ਨ ਦੇ ਹਿਸਾਬ ਨਾਲ ਨਹੀਂ ਹੈਗੀ।
ਕਈ ਇੱਦਾਂ ਦੀਆਂ ਪਾਲਿਸੀਜ਼ ਵੀ ਹੈਗੀਆਂ ਨੇ, ਭਾਵੇਂ ਜੇ ਤੁਸੀਂ ਅੱਜ 2000 ਦੀ ਪਾਲਿਸੀ ਲਈ ਹੈ, ਹਰੇਕ ਸਾਲ ਉਹ $200-400 ਵਧੀ ਜਾਂਦਾ ਉਹਦੇ ਵਿੱਚ, ਜੇ ਭਾਵੇਂ ਡਾਕਟਰੀ ਹੋ ਕੇ ਹੋਇਆ ਵੀ ਜੇ ਤੁਸੀਂ ਅਗਲੇ ਸਾਲ 2300 ਦੀ ਹੋ ਗਈ, ਉਸ ਤੋਂ ਬਾਅਦ 2600 ਦੀ ਹੋ ਗਈ, ਜਿੱਦਾਂ ਤੁਹਾਡੀ ਇਨਕਮ ਵਧੀ ਜਾਂਦੀ ਆਪਣੇ ਆਪ ਹੀ ਤੁਹਾਡੀ ਉਹ ਡਿਸੇਬਿਲਿਟੀ ਵੀ ਆਪਸ਼ਨਸ ਪਾਲਿਸੀ ਵਧੀ ਜਾਂਦੀਆਂ ਨੇ। ਇਸ ਕਰਕੇ ਡਿਸੇਬਿਲਿਟੀ ਆਪਦੀ ਜ਼ਰੂਰ ਕਰਾਓ ਜੀ। ਬੈਸਟ ਰੇਟਸ ਜਿਹੜੇ ਨੇ ਥਿੰਕ ਇੰਸ਼ੋਰੈਂਸ ਦਿੰਦਾ ਜੀ ਇੰਸ਼ੋਰੈਂਸ ਦੀ ਇੰਡਸਟਰੀ 'ਚ? ਹਾਂਜੀ ਬਿਲਕੁਲ ਜੀ, ਆਪਣਾ ਕਿਉਂਕਿ ਇਹ ਕੋਈ ਫੇਰਵਾਲ ਨਹੀਂ ਹੈਗਾ ਜੀ, ਜਿਹੜੀ ਚੀਜ਼ ਇਹਦੇ ਵਾਸਤੇ ਢੁਕਦੀ ਹੈ, ਭਾਵੇਂ ਲਾਈਫ ਇੰਸ਼ੋਰੈਂਸ ਹੋਵੇ, ਭਾਵੇਂ ਸੁਪਰ ਵੀਜ਼ਾ ਹੋਵੇ, ਕਿਉਂਕਿ ਹਰੇਕ ਚੀਜ਼ ਦੇ ਵਾਸਤੇ ਹਰੇਕ ਕੰਪਨੀ ਦੇ ਡਿਫਰੈਂਟ ਪ੍ਰੋਡਕਟਸ ਨੇ। ਇਹ ਜ਼ਰੂਰੀ ਨਹੀਂ ਹੈਗਾ ਵੀ ਇੱਕ ਚੀਜ਼ ਸਨ ਲਾਈਫ ਹੀ ਵਧੀਆ ਤੇ ਮੈਨਿਊ ਲਾਈਫ ਮਾੜੀ ਹੈ, ਤੇ ਮੈਨਿਊ ਲਾਈਫ ਮਾੜੀ ਹੈ ਤੇ ਦੂਜੀ ਕੋਈ ਇੰਡਸਟਰੀਅਲ ਲਾਈਫ ਚੰਗੀ, ਐਕੁਟੇਬਲ ਚੰਗੀ। ਹਰੇਕ ਕੰਪਨੀ ਦੇ ਆਪਦੀ ਉਹਦੀ ਸਟੈਂਡਿੰਗ ਹੈ, ਹਰੇਕ ਦੀ ਸਟਰੈਂਥ ਹੈ, ਪਰ ਅਸੀਂ ਦੇਖਣਾ ਕਲਾਇੰਟ ਵਾਸਤੇ ਕੀ ਵਧੀਆ ਤੇ ਢੁਕਵਾਂ ਹੈਗਾ, ਨਾ ਕਿ ਅਪਸੈਲ ਕਰਨਾ। ਹੁਣ ਉਹ ਟਾਈਮ ਨਿਕਲ ਗਿਆ ਜੀ ਅਪਸੈਲ ਕਰਨ ਵਾਲਾ, ਵੀ ਚੀਜ਼ ਕਹਿ ਕੇ ਹੋਰ ਤੇ ਕੋਈ ਹੋਰ ਵੇਚ ਦਿਓ। ਗੱਲ ਤਾਂ ਹੈ ਵੀ ਜਿਹੜੀ ਚੀਜ਼ ਚਾਹੀਦੀ ਹੈ ਕਲਾਇੰਟ ਨੂੰ ਉਹੀ ਚਾਹੀਦੀ ਹੈ। ਜੇ ਸਿੰਪਲ ਹੁਣ ਟਰਮ ਇੰਸ਼ੋਰੈਂਸ ਦੀ ਲੋੜ ਹੈ ਤੇ ਟਰਮ ਦੀ ਗੱਲ ਕਰਨੇ ਆਪਾਂ, ਹੁਣ ਕਹੀ ਜਾਈਏ ਜੀ ਵਿੱਚ ਜੀ ਹੁਣ ਇਹਦੇ 'ਚ ਪੈਸੇ ਇੰਨੇ ਸੇਵਿੰਗ ਹੋ ਜੂਗੀ, ਇੱਦਾਂ ਹੋ ਜੂਗੀ, ਜਾਂ ਸੁਪਰ ਵੀਜ਼ੇ ਦੀ ਗੱਲ ਕਰਦੇ, ਹੁਣ ਸੁਪਰ ਵੀਜ਼ਾ ਖੁੱਲ੍ਹ ਗਿਆ ਜੀ। ਹਾਂਜੀ, ਜੇ ਸੁਪਰ ਵੀਜ਼ਾ ਕਿਸੇ ਨੇ ਲੈਣਾ, ਬਿਲਕੁਲ ਜੀ ਗਰੰਟਿਡ ਬੈਸਟ ਰੇਟ ਨੇ, ਕਿਉਂਕਿ ਆਪਾਂ ਉਹਲਾ ਹੀ ਚੱਕਤਾ ਇੰਸ਼ੋਰੈਂਸ ਦੇ ਵਿੱਚੋਂ ਜੀ। ਜਦ ਆਪਾਂ ਆਪਣੀ ਕਮਿਊਨਿਟੀ 'ਚ ਪਹਿਲੇ ਹਾਂ, ਇਹ ਹੈ ਵੀ ਇੰਸ਼ੋਰੈਂਸ ਕੋਈ ਉਹਲਾ ਹੀ ਚੱਕਤਾ। ਤੁਸੀਂ ਆਪਦੀ ਵੈਬਸਾਈਟ 'ਤੇ ਜਾਓ ਸਾਡੀ ਥਿੰਕ ਇੰਸ਼ੋਰੈਂਸ 'ਤੇ, ਇਹ ਤੁਹਾਨੂੰ ਪਤਾ ਤੁਹਾਡਾ ਰੇਟ ਕੀ ਹੈਗਾ, ਤੁਹਾਨੂੰ ਇਹ ਹੈ ਵੀ ਸਾਰੀਆਂ ਕੈਨੇਡਾ 'ਚ ਬੈਸਟ ਰੇਟ ਕੀ ਮਿਲ ਰਿਹਾ। ਉਦੋਂ ਬਾਅਦ ਸੁਪਰ ਵੀਜ਼ਾ ਸੇਮ ਚੀਜ਼ ਸੁਪਰ ਵੀਜ਼ਾ ਵਾਸਤੇ ਹੈਗੀ ਹੈ। ਹਾਂ, ਇਹ ਹੈ ਵੀ ਜੇ ਕਿਸੇ ਨੇ ਕੋਟ ਲੈਣੇ ਜੀ, ਆਹ ਚੀਜ਼ ਫਲਾਣੀ ਜੀ ਸਸਤਾ ਹੈ ਜੀ, ਇਹ ਮਾੜਾ ਹੈ ਜੀ, ਜੇ ਮਹਿੰਗਾ ਤੇ ਵਧੀਆ, ਬਿਲਕੁਲ ਨਹੀਂ, ਇੱਦਾਂ ਦੀ ਗੱਲ ਨਹੀਂ ਹੈਗੀ। ਜੇ ਤੁਹਾਡੀ ਸਿਹਤ ਵਧੀਆ, ਭਾਵੇਂ ਸੁਪਰ ਵੀਜ਼ਾ ਵੀ ਹੈ, ਭਾਵੇਂ ਲਾਈਫ ਇੰਸ਼ੋਰੈਂਸ ਵੀ, ਰੇਟ ਵਧੀਆ ਮਿਲੂਗਾ। ਜੇ ਢਿੱਲ ਮੱਠ ਹੈਗੀ ਆ, ਉਸ ਹਿਸਾਬ ਨਾਲ ਤੁਸੀਂ ਆਪਦੀ ਇੰਸ਼ੋਰੈਂਸ ਕਰਾਓ। ਹਾਂ, ਚੀਜ਼ ਮਹਿੰਗੀ ਮਿਲਦੀ ਆ, ਮਹਿੰਗੀ ਲਓ, ਪਰ ਇਹ ਹੈ ਵੀ ਕੱਲ੍ਹ ਨੂੰ ਲੋੜ ਪੈ ਗਈ ਫਿਰ ਪੰਗਾ ਪੈਣਾ ਜੀ। ਅੱਛਾ, ਇੱਕ ਹੋਰ ਜਿਹੜਾ ਆਖਰ ਦੇ ਵਿੱਚ ਇਹ ਦੱਸਿਓ ਕਿ ਪਰਮਾਨੈਂਟ ਪਾਲਿਸੀ ਹੈ ਜਿਹੜੀ, ਉਹ ਮਹਿੰਗੀ ਕਿਉਂ ਹੈ, ਤੇ ਉਹਦੇ ਬਾਰੇ ਅਖੀਰ 'ਚ ਦੱਸ ਕੇ ਜਾਓ। 1 ਮਿੰਟ ਆ ਆਪਣੇ ਕੋਲ ਹੋਰ। ਹਾਂਜੀ, ਜਿਹੜੀਆਂ ਪਰਮਾਨੈਂਟ ਪਾਲਿਸੀ ਗਿੱਲ ਸਾਹਿਬ ਹਰੇਕ ਵਾਸਤੇ ਨਹੀਂ ਢੁਕਦੀਆਂ। ਜਿਹੜੀਆਂ ਪਰਮਾਨੈਂਟ ਚੀਜ਼ ਪਰਮਾਨੈਂਟ ਹੀ ਸਾਰੀ ਉਮਰ ਚੱਲਦੀ ਹੈ ਜੀ, ਉਹਦੇ 'ਚ ਪੈਸੇ ਪਾਈ ਜਾਂਦੇ ਆ, ਅਤੇ ਆਪਾਂ ਨੂੰ ਪਤਾ ਵੀ ਉਹਦੇ 'ਚ ਆਪਸ਼ਨ ਅਸੀਂ ਚੂਜ਼ ਕਰ ਸਕਦੇ ਹਾਂ। 5 ਸਾਲਾਂ 'ਚ ਕਿਸ਼ਤਾਂ ਮੰਗਾ ਦਈਏ, 8 'ਚ ਮੰਗਾ ਦਈਏ, 10 'ਚ ਮੰਗਾ ਦਈਏ, 20 'ਚ, 30 'ਚ, ਸਾਰੀ ਉਮਰ ਪੈਸੇ ਦੇਣੇ ਨੇ। ਹੁਣ ਅਸੀਂ ਇਹ ਲੈਣ ਲੱਗੇ, ਇਹ ਸੋਚਣਾ ਹੈ ਵੀ ਅੱਜ ਅਸੀਂ 50,000 ਲੱਖ ਦੀ ਇੰਸ਼ੋਰੈਂਸ ਦੀ ਅਸੀਂ ਪਾਲਿਸੀ ਲੈ ਰਹੇ ਹਾਂ ਪਰਮਾਨੈਂਟ, ਹੁਣ ਸਾਰੀ ਉਮਰ ਉਹ ਚੱਲਣੀ ਹੈ। ਅੱਜ ਤੋਂ 50,000 ਦੀ ਵੈਲਿਊ ਕੀ ਹੋਊਗੀ? ਅਸੀਂ ਕਿਸ਼ਤਾਂ ਦਾ ਅੱਜ ਭਰਦੇ ਹਾਂ, ਹੱਡ ਅੱਜ ਤੋੜਦੇ ਹਾਂ, ਅਸੀਂ ਔਖੇ ਅੱਜ ਹੁੰਦੇ ਹਾਂ, ਜੋ ਉਹਦੀ ਲੋੜ ਪੈਣੀ ਅੱਜ ਤੋਂ 40-50 ਸਾਲਾਂ ਬਾਅਦ, ਪਰ ਉਦੋਂ 50,000 ਦੀ ਵੈਲਿਊ ਕੀ ਹੋਊਗੀ? ਪਹਿਲੀ ਗੱਲ ਤਾਂ ਇਹ ਸੋਚਣੀ ਅਸੀਂ, ਇਹ ਨਹੀਂ ਸੋਚਣਾ ਵੀ ਸਾਡੇ ਪੈਸੇ ਕਿੰਨੇ ਹੋਣਗੇ। ਵੇਚਣ ਵਾਲਿਆਂ ਚੀਜ਼ ਲਾਲਚ ਦੇ ਹਿਸਾਬ ਨਾਲ ਤੁਹਾਨੂੰ ਦੱਸਣਾ, ਪਰ ਤੁਸੀਂ ਇਹ ਸੋਚਣਾ ਵੀ ਵਾਕਿਆ ਇਹ ਚੀਜ਼ ਸਾਡੇ ਵਾਸਤੇ ਢੁਕਦੀ ਹੈ। ਜਿਹੜੀ ਚੀਜ਼ ਵਧੀ ਜਾਂਦੀ ਹੈ ਵਿੱਚ, ਜਿੱਦਾਂ ਜਿੱਦਾਂ ਤੁਹਾਡੀ ਏਜ ਵਧੀ ਜਾਂਦੀ, ਤੁਸੀਂ ਉਹ ਸੋਚਣਾ ਤੁਹਾਨੂੰ ਫਾਇਦਾ ਹੁੰਦਾ ਨਹੀਂ ਹੁੰਦਾ। ਇਹ ਸੋਚਣ ਦੀ ਬਹੁਤ ਜ਼ਰੂਰੀ ਹੈ, ਕਿਉਂਕਿ ਹਰੇਕ ਬੰਦਾ ਕਹਿੰਦਾ ਸੇਵਿੰਗ ਹੋਵੇ। ਲਾਈਫ ਇੰਸ਼ੋਰੈਂਸ ਸੇਵਿੰਗ ਦੀ ਬੈਸਟ ਆਪਸ਼ਨ ਨਹੀਂ ਹੈਗੀ। ਹਾਂ, ਹਰੇਕ ਵਾਸਤੇ ਨਹੀਂ ਢੁਕਵੀਂ ਹੈਗੀ। ਇਹ ਚੀਜ਼ਾਂ ਆਪਦੀਆਂ ਆਪਸ਼ਨ ਦੇ ਹਿਸਾਬ ਨਾਲ, ਤਾਂ ਹੀ ਅਸੀਂ ਕਲਾਇੰਟ ਦੀਆਂ ਦੇਖ ਰੇਖ ਕਰਕੇ ਤਾਂ ਹੀ ਇੱਥੋਂ ਤੱਕ ਪਹੁੰਚਾਂਗੇ। ਉਹ ਸਾਹਿਬ ਕੋਈ ਚੀਜ਼ ਹੈ, ਕੋਈ ਕਿੰਤੂ ਪਰੰਤੂ ਆਪਾਂ ਆਪਸ 'ਚ ਹੀ ਪੁੱਛਦੇ ਹਾਂ ਵੀ ਆਪਦੇ ਆਪ ਨੂੰ ਕਲੈਰਿਟੀ ਨਹੀਂ ਕਰਦੇ ਵੀ ਆਪਾਂ ਕਿਸੇ ਪ੍ਰੋਫੈਸ਼ਨਲ ਨੂੰ ਪੁੱਛੀਏ ਇਸ ਚੀਜ਼ ਬਾਰੇ। ਆਪਾਂ ਆਪ ਹੀ ਕੁਐਸਚਨ ਪੁੱਛ ਕੇ ਆਪ ਹੀ ਸਿੱਟਾ ਕੱਢ ਲੈਂਦੇ ਹਾਂ ਵੀ ਇਹ ਚੀਜ਼ ਮਾੜੀ, ਆਹ ਚੀਜ਼ ਚੰਗੀ ਹੈ। ਤੁਸੀਂ ਪੁੱਛੋ ਵਾਕਿਆ, ਫਿਰ ਉਹਨੂੰ ਉਹਦੇ ਕੁਐਸਚਨ ਤੁਹਾਨੂੰ ਆਨਸਰ ਹੋਣਗੇ, ਫਿਰ ਤੁਹਾਨੂੰ ਪਤਾ ਲੱਗੂ ਤੁਹਾਡੇ ਵਾਸਤੇ ਢੁਕਵੀਂ ਕੀ ਹੈ। ਇਸੇ ਕਰਕੇ ਥਿੰਕ ਇੰਸ਼ੋਰੈਂਸ ਹਮੇਸ਼ਾ ਹਾਜ਼ਰ ਹੈ ਜੀ। ਹੁਣ ਸਾਡੀਆਂ 4 ਲੋਕੇਸ਼ਨ ਨੇ, ਐਬਟਸਫੋਰਡ, ਸਰੀ, ਕੈਲਗਰੀ, ਐਡਮੰਟਨ, ਅਤੇ ਕਿਤੇ ਵੀ ਹੋ ਤੁਸੀਂ ਸਾਨੂੰ ਫੋਨ ਕਰਕੇ ਤੁਸੀਂ ਕੋਟ ਲੈ ਸਕਦੇ ਹੋ। ਨਾ ਹੀ ਅਸੀਂ ਫੋਨ ਤੋਂ ਫੋਨ ਬਾਅਦ 'ਚ ਕਰਦੇ ਹਾਂ, ਨਾ ਹੀ ਡਰਾਵਾਂ 'ਚ ਨਾ ਪਾਉਂਦੇ ਹਾਂ, ਨਾ ਹੀ ਫੋਨ ਕਰਕੇ ਤੰਗ ਕਰਦੇ। ਜਿਹਦਾ ਮਨ ਬਣਦਾ ਸਾਨੂੰ ਕੋਟ ਲਓ, ਮਿਲੋ, ਉਦੋਂ ਬਾਅਦ ਚੀਜ਼ ਤੁਹਾਨੂੰ ਢੁਕਵੀਂ ਲੱਗਦੀ ਹੈ ਨਹੀਂ ਲੱਗਦੀ, ਤੁਹਾਡੀ ਇੱਛਾ ਦੇ ਹਿਸਾਬ ਨਾਲ ਤੁਸੀਂ ਚੀਜ਼ ਜਿੱਥੋਂ ਮਰਜ਼ੀ ਲੈ ਸਕਦੇ ਹੋ। ਇਸੇ ਕਰਕੇ ਥਿੰਕ ਇੰਸ਼ੋਰੈਂਸ ਜੀ 604 828 7213 604 828721 ਹੁਣ ਘਰੇ ਬੈਠੇ ਜਿੱਥੋਂ ਮਰਜ਼ੀ ਤੁਸੀਂ ਆਪਦੀ ਪਾਲਿਸੀ ਖਰੀਦ ਸਕਦੇ ਹੋ। ਸਾਡੀ ਵੈਬਸਾਈਟ ਹੈ thinkinsurance.ca, ਅਤੇ ਸਾਡਾ ਐਬਟਸਫੋਰਡ ਆਫਿਸ ਹੈ, ਉੱਥੇ ਖੁਸ਼ਦੀਪ ਸਿੰਘ ਸਰਾਂ ਹੈ ਜੀ, ਅਤੇ ਕੈਲਗਰੀ ਅਲਬਰਟਾ ਜਾਏਗਾ ਰਮਨਦੀਪ ਸਿੰਘ ਸੋਹਤਾ। ਬਾਕੀ ਇੱਕ ਵਾਰੀ ਫਿਰ ਜੀ 604 828 7213। ਥੈਂਕ ਯੂ ਸੋ ਮਚ ਗਿੱਲ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਸ਼ੁਭ। ਲਿਟਨ ਦੇ ਵਿੱਚ ਵੀਕਐਂਡ 'ਤੇ ਫਿਰ ਸਮਾਨ ਜਾਵੇਗਾ। ਅੱਜ ਵੀਰਵਾਰ ਆ, 2 ਦਿਨ ਨੇ, ਅਤੇ ਮੈਂ ਹੁਣ ਤੁਹਾਨੂੰ ਦੱਸ ਕੇ ਹਟਿਆ ਬਈ ਕਿਹੜਾ ਕਿਹੜਾ ਸਮਾਨ ਚਾਹੀਦਾ।
ਪਿਛਲੇ ਵੀਕਐਂਡ ਤੇ ਲੱਕੀ ਧਾਲੀਵਾਲ ਉਹਨੇ ਟਰੱਕ ਲੈ ਕੇ ਗਏ ਸੀ, ਕੋਈ ਗੱਲਬਾਤ ਕਰਨੀ ਚਾਹੁੰਦੇ ਆ। ਧਾਲੀਵਾਲ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ। ਗੱਲ ਸਾਹਿਬ ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਤੁਹਾਡੇ 2-2.5 ਮਿੰਟ ਦੇ ਵੈਸੇ ਲੈਣੇ ਆ। ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨ ਦਾ ਹੱਕ ਬਣਦਾ ਕਿ ਤੁਸੀਂ ਬਿਨਾਂ ਕਿਸੇ ਹਿੜਕ ਝੜਕ ਤੋਂ ਹਰ ਇੱਕ ਸਮੇਂ ਤੁਸੀਂ ਹਰ ਇੱਕ ਤਰੀਕੇ ਦੇ ਨਾਲ ਬਾਂਹ ਫੜਦੇ ਹੋ। ਕੋਈ ਲਫ਼ਜ਼ ਨਹੀਂ ਹੈਗੇ ਕਿਹੜੇ ਤਰੀਕੇ ਨਾਲ ਤੁਹਾਡਾ ਧੰਨਵਾਦ ਕੀਤਾ ਜਾਵੇ। ਤੇ ਦੂਸਰੇ ਪਾਸੇ ਵੀਰ ਜੀ, ਬਾਬਾ ਬੰਦਾ ਸਿੰਘ ਬਹਾਦਰ ਨਾਲ ਕੰਟਰੈਕਟ ਜਦੋਂ ਹੋਇਆ, ਉਹਨਾਂ ਨੇ ਪਹਿਲੇ ਬੋਲ ਦੇ ਉੱਤੇ ਬਾਂਹ ਫੜੀ ਤੇ ਮਨਵੀਰ ਨੂੰ ਜਦੋਂ ਮੈਂ ਕਿਹਾ ਫੋਨ ਕਰਨ ਲਾ ਪ੍ਰਧਾਨ ਸਾਹਿਬ ਨੂੰ, ਉਹਨਾਂ ਨੇ ਉਸੇ ਮੌਕੇ ਵੀਰ ਜੀ ਉਹਨਾਂ ਨੇ ਆਪਣਾ ਇਨਪੁਟ ਪਾਉਣੀ ਸ਼ੁਰੂ ਕਰ ਦਿੱਤੀ। ਤੇ ਬਾਕੀ ਦੂਸਰੀ ਵੀਰ ਜੀ, ਇੱਕ ਮੈਂ ਹੋਰ ਕੰਟਰੈਕਟ ਦੇਣਾ ਚਾਹੁੰਦਾ, ਜਿਹੜਾ ਆਪਣਾ ਟ੍ਰੇਲਰ ਖੜਾ ਕੀਤਾ ਹੋਇਆ ਸਰੀ ਗੁਰਦੁਆਰੇ, ਆਪਣਾ ਮਨਪ੍ਰੀਤ ਮੁੰਡਾ ਤੁਹਾਡੇ ਵਾਂਗੂ ਪੂਰੀ ਸੇਵਾ ਕਰ ਰਿਹਾ 24 ਘੰਟੇ, ਗੁਰਸਿੱਖ ਮੁੰਡਾ ਅਣਥੱਕ ਸੇਵਾਦਾਰ। ਉਹ ਆਪਣੀ ਉੱਥੇ ਲੁੱਕ ਆਫਟਰ ਕਰ ਰਿਹਾ ਟ੍ਰੇਲਰ ਦੀ, ਸਮਾਨ ਵਿੱਚ ਰੱਖਣ ਧਰਨ ਦੀ, ਔਰਗੇਨਾਈਜ਼ ਕਰਨ ਦੀ। ਜੇ ਕਿਸੇ ਭੈਣ ਭਰਾ ਨੇ ਉਹਨੂੰ ਫੋਨ ਕਰਨਾ ਹੋਵੇ, ਮੈਂ ਉਹਦਾ ਫੋਨ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਵਾ। ਹਾਂਜੀ, 604 366 1522। ਫੇਰ ਰਿਪੀਟ ਕਰ ਦਿਓ ਜੀ। ਹਾਂਜੀ, 604 366 1522 604 366 1522। ਮਨਪ੍ਰੀਤ ਸਿੰਘ ਇਹ ਉੱਥੇ ਆਪਣੀ ਸ੍ਰੀ ਗੁਰਦੁਆਰਾ ਸਾਹਿਬ ਸਾਰੀ ਉੱਥੇ ਆਰਗੇਨਾਈਜ਼ ਕਰ ਰਿਹਾ ਤੇ ਆਪਣੇ ਸਮਾਨ ਵਿੱਚ ਟਿਕਾਉਣ ਦੀ ਹਾਂਜੀ, ਟ੍ਰੇਲਰ ਆਪਣਾ ਖੜਾ ਕੀਤਾ। ਆਪਣਾ ਜਿੰਨਾ ਚਿਰ ਆਪਾਂ ਨੂੰ ਲੋੜ ਆ, ਗਿੱਲ ਸਾਹਿਬ ਟਰੱਕ ਤੇ ਟ੍ਰੇਲਰ ਤੁਹਾਡੇ ਹਾਜ਼ਰ ਆਪਣਾ। ਅੱਗੇ ਵਾਸਤੇ ਵੀ ਕੋਈ ਲੋੜ ਪਵੇ, ਗਿੱਲ ਸਾਹਿਬ ਤੁਸੀਂ ਹੁਕਮ ਕਰੋ, ਟਰੱਕ ਟ੍ਰੇਲਰ ਇੱਕ ਛੱਡ ਕੇ ਭਾਵੇਂ 10 ਮੰਗੋ, ਤੁਹਾਡੇ ਹਾਜ਼ਰ ਹੋਣਗੇ ਜੀ। ਧੰਨਵਾਦ ਬਾਈ ਜੀ, ਬਹੁਤ ਬਹੁਤ। ਲੱਕੀ ਧਾਲੀਵਾਲ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ ਜੀ। ਲੱਕੀ ਧਾਲੀਵਾਲ ਹੁਣੀ ਲੱਖੇ ਤੋਂ ਨੇ, ਦੂਜੀ ਜਨਰੇਸ਼ਨ ਹੈ ਇਹਨਾਂ ਦੇ ਪਿਤਾ ਜੀ। ਉਹਨਾਂ ਨੇ ਨਿਊ ਵੈਸਟ ਗੁਰਦੁਆਰਾ ਸਾਹਿਬ ਬਹੁਤ ਸੇਵਾ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਕਮਿਊਨਿਟੀ ਹੈ। ਬਸ ਇਹੀ ਇਸ ਤਰ੍ਹਾਂ ਹੀ ਹੈ ਬਈ ਜਦ ਐਕਟ ਕਰਨਾ ਹੈ ਤੇ ਬਿਨਾਂ ਕੁਛ ਵੀ ਵੀ ਤੁਹਾਡਾ ਆਹ ਹੋ ਜਾਵੇ, ਸਾਡਾ ਆਹ ਹੋ ਜਾਵੇ, ਇੱਦਾਂ ਉੱਪਰ ਉੱਠ ਕੇ ਬਹੁਤ ਕੁਝ ਹੈ ਜਿਹੜਾ ਤੁਸੀਂ ਪੈਸੇ ਧੇਲੇ ਦੇਣੇ ਨੇ, ਤੁਸੀਂ ਸਭ ਕੁਝ ਕਰਨਾ ਹੈ। ਤੇ ਉੱਥੇ ਨਾਂ ਜਿਹੜਾ ਹੁਣ ਕੱਲ੍ਹ ਨੂੰ ਮੇਰਠ ਦੇ ਵਿੱਚ ਪਹਿਲਾਂ ਹੀ ਜਾਣਦੇ ਨੇ, ਉੱਥੇ ਪਰਿਵਾਰ 50 ਸਾਲ ਰਹਿੰਦਾ ਆਇਆ ਵੀ ਉੱਥੇ ਲਿਖਦੀ ਹੈ ਜੀ ਬਾਅਦ ਪਰਿਵਾਰ ਕਰ ਰਿਹਾ, ਉਹ ਫਿਰ ਬਿਲਕੁਲ ਇਹ ਮੂਲੋਂ ਹੀ ਗਲਤ ਹੈ। ਸੋ ਕਮਿਊਨਿਟੀ ਰਲ ਕੇ ਕਰਦੀ ਹੈ ਤੇ ਕਮਿਊਨਿਟੀ ਦਾ ਹੀ ਮਾਣ ਹੈ। ਕਮਿਊਨਿਟੀ ਦੇ ਦੁੱਖ ਸੁੱਖ ਲਈ ਖਾਸ ਤੌਰ 'ਤੇ ਦੋਨੇ ਹੀ ਸ਼ੋਅ ਤੁਹਾਡੀ ਸੇਵਾ ਦੇ ਵਿੱਚ ਨੇ। ਕਈ ਵਾਰ ਮੇਰਾ ਪ੍ਰੋਗਰਾਮ ਮੈਂ ਰੈਡੀ ਕੀਤਾ ਹੁੰਦਾ, ਤੁਹਾਡਾ ਸੁਨੇਹਾ ਕੋਈ ਵੀ ਆ ਜਾਵੇ, ਕਈ ਵਾਰ ਚੈੱਕ ਵੀ ਨਹੀਂ ਕਰਦਾ, ਗਲਤੀ ਹੋ ਜਾਂਦੀ ਹੈ, ਕ੍ਰੋਸ ਵੀ ਨਹੀਂ ਕਰਦਾ, ਪਰ ਮੈਨੂੰ ਇਹ ਹੁੰਦਾ ਕਿਸੇ ਨੇ ਦੱਸਤਾ ਇਹ ਯਾਰ ਸੱਚ ਹੋ, ਸੇ ਆਹ ਕਰਨਾ ਹੈ ਉਸੇ ਸਮੇਂ। ਸਫਲਤਾ ਸਾਰਿਆਂ 'ਚ ਨਹੀਂ ਹੁੰਦੀ, ਪਰ ਸਾਡਾ ਕਰਨਾ ਫਰਜ਼ ਹੈ। ਪਰ ਉਦੋਂ ਪਹਿਲਾਂ ਮੰਚ ਦਾ ਸਤਿਕਾਰ ਹੈ ਜਿੱਥੋਂ ਇਹ ਗੱਲ ਚੱਲੀ। ਹੁਣ ਮੈਂ ਗੱਲਬਾਤ ਕਰਨੀ ਹੈ ਲੋਰੇਨ ਵਿਟਮੈਨ ਨਾਲ। ਲੋਰੇਨ ਵਿਟਮੈਨ ਨੋਵਾ ਸਕੋਸ਼ੀਆ ਦੇ ਵਿੱਚ ਨੇ। ਉਹਨਾਂ ਦਾ ਜਿਹੜੀ ਗਲੂਸਕੈਫ ਫਸਟ ਨੇਸ਼ਨ ਦੇ ਵਿੱਚ ਨੇ, ਉਹ ਹੁਣ ਪ੍ਰੈਜ਼ੀਡੈਂਟ ਨੇ ਨੇਟਿਵ ਵੂਮਨਜ਼ ਐਸੋਸੀਏਸ਼ਨ ਆਫ ਕੈਨੇਡਾ ਦੇ 2019 ਤੋਂ। ਉਸ ਤੋਂ ਪਹਿਲਾਂ ਵਿਟਮੈਨ ਨੇ ਸਰਵ ਕੀਤਾ ਪ੍ਰੈਜ਼ੀਡੈਂਟ ਆਫ ਨੋਵਾ ਸਕੋਸ਼ੀਆ ਨੇਟਿਵ ਵੂਮਨਜ਼ ਐਸੋਸੀਏਸ਼ਨ। ਤੇ ਸਾਰੀ ਜ਼ਿੰਦਗੀ ਉਹਨਾਂ ਨੇ, ਲੋਰੇਨ ਨੇ 45 ਈਅਰਸ ਪਲੱਸ ਹੋ ਗਏ ਨੇਟਿਵ ਵੂਮਨ ਨੂੰ ਉਹਨਾਂ ਦੀ ਪ੍ਰੋਸਪੈਰਿਟੀ ਲਈ, ਉਹਨਾਂ ਲਈ ਕੰਮ ਕਰਦੇ ਆ। ਸਾਰੀ ਜ਼ਿੰਦਗੀ ਲੱਗ ਗਏ। ਹੁਣ ਪ੍ਰੈਜ਼ੀਡੈਂਟ ਨੇਟਿਵ ਵੂਮਨਜ਼ ਐਸੋਸੀਏਸ਼ਨ ਆਫ ਕੈਨੇਡਾ ਦੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀਆਂ ਇੰਡੀਜਨਸ ਵੂਮਨ ਨੇ, ਉਹਨਾਂ ਦੇ ਹਾਲ, ਉਹਨਾਂ ਦੀਆਂ ਮੁਸ਼ਕਲਾਂ। ਪਿਛਲੇ ਦਿਨੀ ਆਪਾਂ ਪ੍ਰਿੰਸ ਜਾਰਜ ਹਸਪੀਟਲ ਦੇ ਵਿੱਚ ਇੱਕ ਵਾਈਟ ਫੈਮਿਲੀ, ਜਿਨ੍ਹਾਂ ਦਾ ਗੋਤ ਜਿਹੜਾ ਵਾਈਟ ਹੈ, ਵੈਸਲੇ ਵਾਈਟ, ਇੱਕ ਬੱਚਾ ਜਿਸ ਦੀ ਇੱਕ ਰੇਸਿਸਟ ਨਰਸ ਨੇ ਧੱਕੇ ਨਾਲ ਉਹਦੀ ਵੈਕਮ ਡਿਲੀਵਰੀ ਕਰ ਦਿੱਤੀ, ਤਾਂ ਉਹ ਬੱਚਾ ਜਿਹੜਾ ਮੈਂਟਲੀ ਰਿਟਾਰਡਡ ਹੈ। ਸੋ ਇਹ ਇਸ਼ੂਜ਼ ਨੇ ਜਿਹੜੀਆਂ ਰਿਜ਼ਰਵ ਦੇ ਵਿੱਚ ਨੇਟਿਵ ਵੂਮਨ ਦਾ, ਤੇ ਸੁਸਾਇਟੀ 'ਚ ਕੁਛ MP ਦੀ, ਪੋਲੀਟੀਸ਼ੀਅਨ ਦੀ ਵੀ ਗੱਲ ਕਰਾਂਗੇ ਕਿ ਉਹ ਸਿੰਬੋਲਿਕ ਜਿਹੜੀ ਚੀਜ਼ ਹੈ ਨਾ, ਉਹ ਬੜੀ ਮੁਸ਼ਕਲ ਹੈ। MP ਜੂਡੀ ਵਿਲਸਨ ਤੇ MP ਕੱਕ
ਜਿਹੜੇ ਨੇ ਉਹਨਾਂ ਨੇ ਰਿਜ਼ਾਈਨ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਬੜਾ ਔਖਾ ਹੈ ਓਟਵਾ 'ਚ। ਉੱਥੇ ਹੀ ਗਵਰਨਰ ਜਨਰਲ ਸਾਈਮਨ ਨੂੰ ਲਾਇਆ ਜਾ ਰਿਹਾ ਹੈ ਤੇ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਹਾਈ ਲੋਰੇਨ, ਗੁੱਡ ਆਫਟਰਨੂਨ ਇਨ ਨੋਵਾ ਸਕੋਸ਼ੀਆ। Good afternoon. Thank you for having me on. Thank you so much for sparing some time for us. And as I was talking, as while you were holding, you were listening advertisements in Punjabi language, and I was telling all my listeners, they understand English as well, but I was talking in my language. Indigenous and mother language is the priority for us. We should respect our language. That's how the all heritage lying around. And I was telling about yourself and 45 years of serving your own nation, and situation of women in indigenous community, and about a family and the white family. Lately happened, there was an incident happened with them in Prince George while she was delivering. A racist nurse did forcefully delivery with the vacuum, and their kid is their son is in mentally some issues and rehab. So let's start about yourself first and your life in indigenous community and in Atlantic. Tell us about yourself first. Okay, I'll try to speak slow. Sure. For the listeners. Thank you. Sometimes I speak fast, but first of all, I'd like to make the land acknowledgement of Mi'kma'ki, Yes. also known as Nova Scotia, the on-traditional ceded territory of the Mi'kmaq-Ilnu people. Yes. I myself, Deloise Lorraine Whitman, grandmother white sea turtle, and I'm also president of the Native Women Association of Canada. Thank you. I come to you. I'm from a family of 14. I have 7 brothers and 6 sisters. Mhm. I am the granddaughter to the late Chief Louis Peters. I'm the daughter of the late Chief Joseph Peters and Elder Doris Peters. Mhm. And as you have stated, I've worked well over 45 years in various indigenous areas as a young girl. Mhm. And my field is mainly in the health field. That's where I went and did my post education, because I always felt if we don't have our health, then we really are able to embrace or move forward with our health. So I've always gone in the health field. And as you may or may not be aware, diabetes is very rapid with the indigenous communities. Yes, I know. So that's one of the areas and fields that I had studied in, as well as a rehabilitation practitioner. Later, I have gone into the political part for our First Nation, where I had been 17 years as a counselor on the governance part. I then had been elected as the president of Native Women Association for Nova Scotia. Since then, I was elected as a national president for the Native Women Association of Canada. So that's a little bit of information that I can give you. That is great honor for me. You know, you spend all entirely life for own nation, own community, and that is so respectful and so honorful for me. Let us start with something more. If you, we are living in West Coast, you are in East in Atlantic, and you traveled all over Canada. And if you have to describe the life in Atlantic, relevantly life in Western Canada of Indigenous people, how you will describe it? Well, first of all, I do travel from coast to coast to coast in the different communities. And our First Nation communities are all so very close that
We're very social people. We believe in embracing, accepting the knowledge, all of the gifts that our elders give to us in respect. Yes. So we're always there in respect of our elders. We are community-based where we help each other as much as we can. Although, as you may or may not be aware, we have had, a very dark chapter in our lives. Yes. As Indigenous people for hundreds of years since, colonialism. Yes. Has happened. Yes. But, even with that dark chapter, we're very resilient group of people. We're very diverse. But in saying that, we go the full steam ahead. And our culture, we still practice our ceremonies, our smudging ceremonies, our various dances that are there at our powwows. We wear our regalia, which we make, and when we make our regalia, it's such an honor because we do our beadwork, we do prayers as we make it, because it's so important. Yes. Our women, we have our ribbon skirts that we wear, and there was a young girl, Gulat, who went to school with her ribbon skirt, and she was asked to go home and change because it wasn't appropriate. But this young lady, this young schoolgirl was so upset to know that it wasn't appropriate, because for the Indigenous people, it certainly is appropriate. So she certainly brought out a tremendous education base for everyone, because we all join together as Indigenous people, and we wear our skirts in honor of our culture. Yes. So with that, our communities, we work very close. There are communities that speak their language more than others. But in saying that, we're bringing our language back. It was never really lost. But maybe we weren't able to speak it in residential schools because the schools were made to take the Indian out of the child. Yes. So we are learning and bringing our language, our culture back, and it's so rich and it's so diverse. It's beautiful. Yes. Yeah, I got honor, Lorraine, to give my community all the information I could in last years of my serving as a journalist about your years and years since there was a dry land across the Alaska when the 10,000 years your ancestors came, then the invaders started, then how the Indian this law, the rule got in, and then the residential schools and 60 scoops, and I just try to elaborate everything since we got this news of residential schools from Kamloops. Could you tell us, there are residential schools in Atlantic also, and how many there are? Yes, matter of fact, in one of our communities, Spaganagity, it was known as Shibanagity residential schools. There were many of our community members from the Atlantic region that had gone to Spaganagity Residential School. And there are residential schools throughout Canada. And, it was devastating. It was horrific to hear the remains of, first of all, 231 children. How heartbreaking is that? That's too much. And it has affected many of us. It's re-traumatized us, but we're working through all of this. And, we found more remains of children in Saskatchewan, Manitoba, and I believe the number now is over 1,300, but they're doing the testing of the grounds to see if there's other remains of other children in the various communities. So, it is devastating. In my family, I can speak from mine. Yes. My mother was part of residential, my oldest sister. 4 of my other siblings were taken, known as a 60 scoop, and they were literally scooped from my home. Yes. And they were taken to another province. For what reason?
I'll never know, but it certainly affected our family, the dynamics that we have. And it also affected our siblings that had gone. So, yes, there's many schools, and I know there will be more remains of our children. But we have to, honor, and we have to embrace, and we need to truly look at who's accountable, and it's the government and the churches that are responsible equally. They did not do a follow-up of our children in the churches, and the government, the money had gone to the churches to take care of them. No follow-up was there. So, yes, it's very devastating. And they are crime scenes. Those are children that had died, and we don't know how, but the remains are there, and they are crime scenes, and it's a source of genocide. Yes, it is. And let's get now to the point, as you are involved in your nation and Canadian political system. Now, lately, when there was a so strong, the note of MP Kak from Nunavut, and she was saying, every time I walk onto House of Commons ground, speak in these chambers, I am reminded every step of the way I don't belong here. I have never felt safe or protected in my position, especially within the House of Commons. And security guards nearly put their hands on me and racial profiled me. And now today, Judy Wilson said it is so toxic. And same token, on the political agenda, they are giving Simon as a Governor General. What do you think? This is going to make any difference in your lives? Do you know, first of all, we're speaking of Mary Simon. Is that correct? The Governor General? Yes. Do you know, she would be the perfect fit for this. I know it's a colonial system. I know there's not a safe place, but she is so inspirational. She has such credentials because she worked on the land with her father trapping. She knows that the indigenous component of the North. She's a strong advocate. She's there for all indigenous people. And when I speak of indigenous people, I'm speaking of the collective name of the original people of North America, known as Turtle Island. And that's the First Nation, the Métis, and the Inuit. Inuits, yes. So she comes from a very strong, very well-rounded person, correct. Yeah. And she is there, and she can educate other people. Even though it's a colonial, we have to start with reconciliation. This is one area that she can educate, and it's an inspiration for many of our young youth to know that we've got to turn our whole minds in the image that, we need to value our culture. And she's from the matriarch lineage. And before colonial came, it was the women that were the, more or less the supreme person that gave the rules and what have you. So I think she'll be able to educate many of the Canadians. And, she's going to be there for all Canadians, not just the Indigenous. So we all have to change our minds in a very positive way, knowing that, the matriarch is starting to come back where it was. And we're right now in a patriarchal society where men govern and rule. Now the women are starting to come. And we were equal at the time before colonialism. It's just that we had different duties, but we were still equal. And our communities lived and strived on that. But since colonialism has come, we have been displaced. We've been taken out of our home. Our men and our women are not working together as they should be due to the problems that have been incurred. So I really think that she will add value to the system and educate many people. Your people always in Ottawa, your chief
National Chief of Assembly of First Nations, Perry Velgard, there. There's going to be new election, and obviously this Governor General will be there, and UD will be there, was there, and still is there. Kak was there. I'm just concerned about the system again and against, and there are 2 or 3 or 4 people. The system will allow them to get deep in there and change the policies? What do you think? Are you optimistic? Well, you know what? I'm always optimistic, because if I'm not, then it means that I'm giving up hope. And I cannot give up hope, because I'm in this position, an elected position by the women, the girls, and gender diverse from all across, coast to coast to coast. And we need to be optimistic, because we can't give up on hope. We never did before. We're not going to start. We're not going to be silent, and we are going to make those wrongs right. The government needs to be accountable. We're going to hold them accountable. We just had our national inquiry 2 years ago, and at the very finding of that 231 calls for justice, it stated it was a genocide. Yes. And that's exactly what it was. And we need to work together in unity at all levels with AFN, the Métis, Paktuli, all of our people across Canada. We all need to work together as one unified group. As you are president of Native Women's Association, can you tell us how are the lives in the reserve? Are they safe? Are they respectful there? Because I heard there. One side is the system which doesn't allow them to get out from that reserve. That act is, to just forbidden them to get to their own land, and that the reserve system, the Indian Act, I don't feel that is graceful for you guys. And I heard that the lives of indigenous women on the reserve is not very much safe, and because the drug and alcohol is the major issue among indigenous men. How you describe that? In those stories, we do have drugs, alcohol in any community. Yes. On a First Nation area, it's still a community. Yes, we do have, drug, alcohol. But I can't say it's just the First Nation communities where it is, or on reserves. But in saying that, with our education, we, approximately 30% of our high school graduates on a First Nation community. We need more dollars to be able to help educate our young people, and even some of the older people who go back to school, because education is so important and valuable. And is what it does, it gives the individual the value of who they are by being educated, being able to work in different areas, understand the system, because in our healthcare system, as you've probably been aware, there is discrimination and racism. There's that in the healthcare system, in the policing system, in the various institutions. So with this, we need to, be more educated, and the government, they have put a bit more money into it. But, our Indigenous people, our population is exploding on the First Nations. Our population is rising, is being, highly populated. So we need to take that into consideration as well. So we need to look at all of these areas of those 231 calls for justice, and we need to make sure that the government's accountable for, the wrongdoings. But in saying that, we need to embrace and we need to empower our girls and our gender diverse. Okay, in this interview, we will be wrap like this. In last 45 years of your activism, what did you notice since you started and where we are sitting today in 45 years of Indigenous life? Are they prosperous? Are they their life and their
their issues, their hassles, are they declined, or they are sort of 50-50, or they are in plus side? How you describe? Well, I would say that, on a First Nation, we are empowering, we are going for self-determination, for governance, and we're not staying silent anymore. Mm-hmm. We're speaking up for what's right, for the accountability that the government has to do. As we're well aware, again, there were treaties that were signed, peace and friendship treaties that the government has never owed up to. They are broken promises. So, the trust with the government isn't there. We need to stand up with Jody Wilson-Raybould. We've seen that when she spoke up and spoke the truth. She was booted out. Yes. This is a very powerful lady, very compassionate for her people. Yes. And she spoke out the truth. And it's so unfortunate when the truth is told that people fear that. But that's the one thing they shouldn't fear. The truth needs to be told for us to move forward and for us to work together in a compassionate level. Mm-hmm. And that's what we're doing at, the national level for Native Women of Canada. We're speaking up, we're speaking out, and we want our women and our communities to flourish. We do have problems, as you said, with drugs, alcohol. Suicide rate is terrible. Now that we've been under this COVID, going on into 2 years, we're going to have a lot of mental illness. The violence in our areas has certainly gone up because initially we were living in the same household as a perpetrator. Yes. And we couldn't get out because we had to self-isolate. Yes. So, there's still a lot of movement. There's still a lot that needs to be done, but we will get through it. And we will work together to the best of our ability so that our communities can grow and thrive and be, self-sufficient in what they do. Mm-hmm. Lorraine, thank you so much for your time, and I feel so honored talking to a strong lady who fought for their own community for 45 years in this man-dominating society, and I'm looking forward to talking to you again very soon. Thank you so much again. Thank you, and take care and stay healthy. Thank you. You too. Okay. Best wishes. Thank you. Bye-bye. Bye-bye. ਲੋਰੇਨ ਵਿਟਮੈਨ ਗੱਲਬਾਤ ਕਰ ਰਹੇ ਸੀ ਜੀ 45 ਸਾਲਾਂ ਤੋਂ ਆਪਣੀ ਕਮਿਊਨਿਟੀ ਲਈ ਉਹ ਲੜ ਰਹੀ ਹੈ ਪਰ ਪੋਜ਼ਿਟਿਵ ਹੈ ਉਹ ਕਹਿੰਦੀ ਵੀ ਲੜਨਾ ਪੈਣਾ ਤੇ ਗਵਰਨਰ ਜਨਰਲ ਲਈ ਉਹ ਕਹਿੰਦੀ ਵੀ ਉੱਥੇ ਚਾਹੀਦੇ ਹੀ ਹੈ ਕੋਈ ਨਾ ਕੋਈ ਪਰ ਵੀ ਉਸ ਦਾ ਤਜਰਬਾ ਹੈ ਆਪਣੇ ਪਰਿਵਾਰ ਦੇ ਵਿੱਚ ਉਹਨੇ 60 ਸਕੂਪ ਦੇ ਵਿੱਚ ਸਿਬਲਿੰਗਸ ਆਪਣੇ ਜਿਹੜੇ ਨੇ ਉਹ ਲੂਜ਼ ਕੀਤੇ ਨੇ ਮੁੜ ਕੇ ਨਹੀਂ ਉਹ ਘਰਾਂ ਨੂੰ ਆਏ ਜਿਹੜੇ ਜਵਾਕ ਚੱਕ ਲਏ ਕਿੱਥੇ ਵਸਾਤੇ ਫੋਸਟਰ ਪੇਰੈਂਟਸ ਕੋਲ ਸੈਕਸ਼ੂਅਲੀ ਕਿਵੇਂ ਅਬਿਊਜ਼ ਹੋਏ ਕਿਵੇਂ ਉਹਨਾਂ ਦੀ ਮਾਂ ਭਾਸ਼ਾ ਉਹਨਾਂ ਤੋਂ ਖੋਈ ਕਿਵੇਂ ਉਹਨਾਂ ਦਾ ਕਲਚਰ ਖੋਇਆ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਿੱਥੇ ਬਿਲੋਂਗ ਕਰਦੇ ਸੀ ਐਡਾ ਜ਼ੁਲਮ ਡਾਰਕ ਹਿਸਟਰੀ ਆਹ 60 ਸਾਲ ਪਹਿਲਾਂ ਦੀ ਹੈ ਜਦ ਕਿ ਇਹ ਵਧਣ ਫੁੱਲਣ ਵਾਲੀਆਂ ਗੱਲਾਂ ਹੋਣ ਲੱਗੀਆਂ ਨੇ ਰੈਜ਼ੀਡੈਂਸ਼ੀਅਲ ਸਕੂਲ 1978 'ਚ ਬੰਦ ਹੋਏ ਨੇ ਲਿਬਰਲ ਸਰਕਾਰ ਦੇ ਵੇਲੇ ਪੀਅਰ ਟਰੂਡੋ ਨੇ ਤੇ ਵਾਈਟ ਪੇਪਰ ਉਸ ਸਮੇਂ ਲਿਆਂਦਾ ਜਦ ਕਰੈਚਾਂ ਸੀ ਉੱਥੇ ਜਿਹ 'ਚੋਂ ਕਹਿੰਦਾ ਨੇਟਿਵ ਐਕਟ ਐਬੋਲਿਸ਼ ਕਰ ਦੇਣਾ ਕੋਈ ਟਰੀਟੀ ਨਹੀਂ ਕੋਈ ਕਰੋਨ ਲੈਂਡ ਨਹੀਂ ਹੈ ਤੇ ਜਦ ਉਹਨੇ ਕਿਹਾ ਉਹਦੀ ਵਿਰੋਧਤਾ ਕੀਤੀ ਫਿਰ ਟਰੂਡੋ ਕਹਿੰਦਾ ਵੀ let them stay in ghetto as long as they want to stay. ਇਹਨਾਂ ਤੋਂ ਪੰਜਾਬੀਆਂ ਨੂੰ ਕੋਈ ਸਿੱਖਣ ਦੀ ਲੋੜ ਹੈ ਇਸ ਤਰ੍ਹਾਂ ਆਪਣੀ ਧਰਤੀ ਤੇ ਲੋਕ ਬਰਬਾਦ ਹੋ ਜਾਂਦੇ ਨੇ ਇੰਡੀਜਨਸ ਲੋਕਾਂ ਵੱਲ ਵੇਖ ਕੇ ਤੁਹਾਨੂੰ ਪਤਾ ਲੱਗੂ ਉਹਨਾਂ ਦੀ ਧਰਤੀ ਦੇ ਵਿੱਚ ਉਹਨਾਂ ਨੂੰ ਕੇਜਸ ਦੇ ਵਿੱਚ ਬੰਦ ਕਰਤਾ ਵੀ ਦਿਸ ਇਜ਼ ਯੂਅਰ ਰਿਜ਼ਰਵ ਤੁਸੀਂ ਵਾਪਸ ਨਹੀਂ ਇਹਨਾਂ ਚੋਂ ਨਿਕਲਣਾ ਇਹ ਰਿਜ਼ਰਵ ਹੈ ਤੁਹਾਡੀ 7 ਵਜੇ ਇੱਥੇ ਹਾਜ਼ਰੀ ਲੱਗਣੀ ਹੈ 7 ਵਜੇ ਤੋਂ ਜੇ ਲੇਟ ਹੋ ਗਏ ਰਿਜ਼ਰਵ 'ਚ ਨਹੀਂ ਮਤਲਬ ਘਰੇ ਨਹੀਂ ਸੌਂ ਸਕਦਾ ਚੱਲ ਬਾਹਰ ਖੱਬਲ 'ਚ ਸੌਂ ਅੱਜ ਦੀ ਰਾਤ ਜਾਣੋ ਨਿੰਮੀ ਜੀ ਗਾਉਂਦੇ ਕਿੰਨਾ ਸੋਹਣਾ ਨੇ ਸਾਡੇ ਬੱਲੇ ਬੱਲੇ ਕਰਾਈ ਪਈ ਆ ਸੁਨੀਲ ਜੀ ਤੁਸੀਂ ਏਅਰ ਤੇ ਹੋ ਲਾਈਨ ਨੰਬਰ 1 ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਨੀਲ ਜੀ ਅੱਛਾ ਤੁਹਾਡਾ ਪ੍ਰੋਗਰਾਮ ਵਧੀਆ ਸੀ ਜਿਹੜਾ ਤੁਸੀਂ ਨੇਟਿਵ ਵੂਮਨ ਤੇ ਕੀਤਾ ਜੀ ਥੈਂਕ ਯੂ ਮੇਰੀ ਬੇਨਤੀ ਇਹ ਹੈ ਕਿ ਅਸਲ ਦੇ ਵਿੱਚ ਤੁਸੀਂ ਇੱਕ
ਪੱਖ 'ਚ ਹੋਇਆ, ਪਰ ਜਿਹਨੂੰ ਟੋਟੈਲਿਟੀ 'ਚ ਲੈਣਾ ਹੋਵੇ ਆਪਾਂ ਨਹੀਂ, ਭਾਈਚਾਰੇ ਨੂੰ ਵੀ ਖਾਸ ਕਰਕੇ ਡਰਨਾ ਨਹੀਂ ਚਾਹੀਦਾ ਵੀ ਅਸੀਂ ਮਾਈਨੋਰਿਟੀ ਆ ਜਾਂ ਨਹੀਂ ਆ ਜਾਂ ਕੀ ਸਾਡਾ ਸਟੇਟਸ ਆ। ਸਾਨੂੰ ਜਿਹੜੀ ਉਹ ਗੱਲ ਕਹਿ ਰਹੇ ਆ ਨਾ ਵੀ ਜੈਨੋਸਾਈਡ ਆ, ਇਹਦੇ ਵਿੱਚ ਸਾਨੂੰ ਬਿਲਕੁਲ ਹਾਂ 'ਚ ਹਾਂ ਤੇ ਸ਼ਾਮਲ ਹੋਣਾ ਚਾਹੀਦਾ, ਸਪੋਰਟ ਕਰਨੀ ਚਾਹੀਦੀ ਆ। ਬਿਲਕੁਲ ਠੀਕ। ਔਰ ਦੂਸਰੀ ਗੱਲ ਇਹ ਹੈ ਕਿ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹਦੇ ਨਾਲ ਜਿਹੜੀ ਮਾਈਨੋਰਿਟੀਜ਼ ਆ ਉਹਨਾਂ ਨੂੰ ਇੱਕ ਕੰਨ ਹੋਣੇ ਚਾਹੀਦੇ ਆ। ਜਿਹੜੀ ਮਾਈਨੋਰਿਟੀਜ਼ ਆ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਸੁਸਾਇਟੀ ਦੇ ਵਿੱਚ, ਕਿਤੇ ਵੀ ਰਹਿੰਦੇ ਹੋ। ਪਰ ਜੇ ਤੂੰ ਕੰਪਰੋਮਾਈਜ਼ ਵਾਲੇ ਫੇਜ਼ 'ਚੋਂ ਬਾਹਰ ਨਿਕਲਣਾ ਤਾਂ ਤੁਹਾਨੂੰ ਵੱਖਰੀਆਂ ਵੱਖਰੀਆਂ ਐਕਸ਼ਨ ਕਰਨੇ ਪੈਣਗੇ। ਜਿਵੇਂ ਐਕਸ਼ਨ ਬੜਾ ਵਧੀਆ ਸੀਗਾ ਜਦੋਂ ਇੱਥੇ ਪ੍ਰੋਟੈਸਟ ਹੋਇਆ ਜਾਂ ਮੋਟਰਸਾਈਕਲ ਕਲੱਬ ਵਾਲੇ ਗਏ ਆ ਜਾਂ ਲਿਟਨ ਦੇ ਵਿੱਚ ਅੱਗ ਲੱਗੀਆਂ ਨੇ ਉੱਥੇ ਕੀਤਾ, ਇਹ ਐਕਸ਼ਨ ਨੇ। ਪਰ ਇਸ ਤੋਂ ਵੀ ਜ਼ਿਆਦਾ ਲੋੜ ਮੈਨੂੰ ਇਹ ਲੱਗਦਾ ਹੈ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ 1 ਜੁਲਾਈ ਨੂੰ ਜਦੋਂ ਪ੍ਰੋਟੈਸਟ ਹੋਇਆ ਡਾਊਨਟਾਊਨ 'ਚ, ਉਹਦੇ ਵਿੱਚ ਸਾਡੇ ਬੰਦਿਆਂ ਦੀ ਗਿਣਤੀ ਬਹੁਤ ਘੱਟ ਸੀ। ਸੌਰੀ ਸੀਗੇ ਕੁਛ ਬੰਦੇ, ਉਹ ਪੱਗਾਂ ਵਾਲੇ ਵੀ ਸੀਗੇ 7 ਤੋਂ 8 ਉਹ ਰਿਪਰੈਜ਼ੈਂਟ ਕਰੇ। ਪਰ ਸਾਡੀ ਜਿਹੜੀ, ਜੇਕਰ ਅਸੀਂ ਚਾਹੁੰਦੇ ਹਾਂ ਕਿ ਇਹ ਸੁਸਾਇਟੀ ਸਾਡੀ ਕਿਤੇ ਫਿਊਚਰ 'ਚ ਹੋਰ ਪ੍ਰੋਮੀਨੈਂਟਲੀ ਅਸੀਂ ਪਾਰਟੀਸਪੇਟ ਕਰ ਸਕੀਏ, ਡਿਸੀਜ਼ਨ ਮੇਕਿੰਗ ਜਾ ਸਕੀਏ, ਤੇ ਸਾਡੇ ਕੋਲ ਬਹੁਤ ਵਧੀਆ ਇਸ ਟਾਈਮ ਮੌਕਾ ਕ੍ਰੀਏਟ ਹੋਇਆ ਜਿਹਦੇ ਵਿੱਚ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਆ ਆਪਾਂ ਨੂੰ ਉਹਨਾਂ ਦੀ ਸਪੋਰਟ ਕਰਨ ਦੀ ਲੋੜ ਆ। ਮੈਂ ਨਾਲ ਇਹ ਵੀ ਕਹਿ ਰਿਹਾ ਜੀ, ਜਿਹੜੇ ਅੱਜ ਕੱਲ੍ਹ ਦੇ ਪੋਲੀਟੀਸ਼ੀਅਨ ਹੈ ਨਾ, ਜਿਹੜੇ ਅੱਜ ਕੱਲ੍ਹ ਪੋਲੀਟਿਕਸ ਦੇ ਵਿੱਚ ਹੈਗੇ, ਮੈਂ ਉਹਨਾਂ ਦੇ ਖਿਲਾਫ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕਸੂਰ ਨਹੀਂ। ਪਰ ਜੇਕਰ ਉਹ ਕੋਈ ਕੰਮ ਨਹੀਂ ਕਰਦੇ ਇਹਦੀ ਰੀਕਨਸੀਲੀਏਸ਼ਨ ਵਾਸਤੇ ਜਾਂ ਕੋਈ ਇਹਨੂੰ ਕਿਸੇ ਨਹੀਂ ਸਿਰੇ ਲਾਉਂਦੇ ਤਾਂ ਉਹਨਾਂ ਦੀ ਵੀ ਫਿਰ ਉਨੀ ਜ਼ਿੰਮੇਵਾਰੀ ਬਣ ਜਾਂਦੀ ਜਿਹਨਾਂ ਨੂੰ ਆਪਾਂ ਪਿਛਲਿਆਂ ਨੂੰ ਰੋਣ ਡਏ ਆ। ਅਖੀਰ 'ਚ ਮੈਂ ਗੱਲ ਕਹਿਣੀ ਚਾਹੂੰਗਾ, ਸਾਨੂੰ ਜਦੋਂ ਇਹਦਾ ਹੁਣ ਫੈਸਲਾ ਕਰਨਾ ਨਾ, ਦੇਖੋ ਕੁਈਨ ਜਿਹੜੀ ਆ ਜਾਂ ਰਾਇਲ ਫੈਮਿਲੀ ਜਿਹੜੀ ਹੈਗੀ ਇੰਗਲੈਂਡ 'ਚ ਬੈਠੀ ਆ, ਅਪੋਲੋਜੀ ਜਿਹੜੀ ਹੈਗਾ ਉੱਥੋਂ ਆਉਣੀ ਚਾਹੀਦੀ ਹੈ ਸਾਰਿਆਂ ਨਾਲੋਂ ਪਹਿਲਾਂ। ਬਿਲਕੁਲ ਉੱਥੋਂ ਅਪੋਲੋਜੀ ਆਵੇ, ਫਿਰ ਜਿਹੜੀ ਕੈਨੇਡੀਅਨ ਗਵਰਨਮੈਂਟ ਆ ਸਾਰੀਆਂ ਪਾਰਟੀਆਂ ਰਲ ਕੇ ਦਿਲੋਂ ਅਪੋਲੋਜਾਈਜ਼ ਕਰਨ, ਫਿਰ ਕੋਈ ਏਦਾਂ ਦਾ ਐਕਸ਼ਨ ਪਲਾਨ ਤੇ ਪ੍ਰੋਗਰਾਮ ਬਣਾਉਣ ਜਿਹਦੇ ਨਾਲ ਉਹਨਾਂ ਨੂੰ ਵੀ ਲੱਗੇ। ਦੇਖੋ ਮੈਰੀ ਸਿਮਨ ਨੂੰ ਬਣਾਇਆ, ਮੇਰੀ ਆਪਣੀ ਹੈਗੀ ਆ, ਮੈਂ ਗਲਤ ਹੋ ਸਕਦਾ। ਮੈਰੀ ਸਿਮਨ ਜਿਹੜੀ ਆ ਉਹ ਟੋਟਲੀ ਐਂਡ ਜਿਹੜੀ ਆਪਾਂ ਕਹਿ ਦਿੰਦੇ ਆ ਨੇਟਿਵ ਨਹੀਂ ਹੈਗੀ। ਯੈਸ, ਇਨੂਇਟਸ ਜਿਹੜੇ ਨੇ ਮਿਕਸ ਨੇ। ਯੈਸ, ਹਾਂਜੀ। ਦੂਸਰੀ ਗੱਲ ਕਿ ਇਹ ਬੈਂਡੇਡ ਮੈਥਡ ਆ, ਜੋ ਦੇਖਿਆ ਕਿ ਪ੍ਰੈਸ਼ਰ ਬਣਿਆ ਚੁੱਪ ਕਰਕੇ ਆ ਲਾ ਦੋ, ਤਾਂ ਹੈਗੀ ਆਰਨਾਮੈਂਟਲ ਪੋਸਟ ਆ। ਬਿਲਕੁਲ ਠੀਕ। ਮੈਂ ਇੱਕ ਲਾਸਟ ਗੱਲ ਕਰਕੇ ਜਾਣੀ ਚਾਹੂੰਗਾ ਜੀ, ਮੈਨੂੰ ਨਹੀਂ ਪਤਾ ਸੀਗਾ ਜਦੋਂ ਆਹ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਈਆਂ, ਮੈਂ ਕਿਸੇ ਨੂੰ ਕਿਹਾ ਯਾਰ ਇਦਾਂ ਦੇ ਕੋਈ ਲਾ ਬਣਨੇ ਚਾਹੀਦੇ ਆ। ਮੈਨੂੰ ਉਦੋਂ ਪਤਾ ਪਹਿਲੀ ਵਾਰੀ ਲੱਗਿਆ ਕਿ ਜਿਹੜੇ ਡਿਪਟੀ ਮਿਨਿਸਟਰ ਆ ਉਹ ਲਾ ਮੇਕਿੰਗ ਦੇ ਵਿੱਚ ਇਨਵੋਲਵ ਹੁੰਦੇ ਆ। ਸਾਡੇ ਬੱਚਿਆਂ ਦੀ ਜਿਹੜੀ ਗਿਣਤੀ ਆ ਉਹ ਸਿਰਫ 2 ਆ ਪ੍ਰੋਵਿੰਸ਼ੀਅਲ ਦੇ ਵਿੱਚ ਜੀ, ਉਹ ਵੀ ਡਿਪਟੀ ਮਿਨਿਸਟਰ ਨੇ ਆਫਿਸ ਦੇ ਵਿੱਚ ਕੰਮ ਕਰਦੇ, ਆਫਿਸ ਦੇ ਵਿੱਚ ਨੇ ਜੀ। ਠੀਕ ਹੈ ਜੀ। ਸੋ ਇਸੇ ਤਰੀਕੇ ਨਾਲ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਐਡਵੋਕੇਸੀ ਗਰੁੱਪਸ ਦੇ ਰਾਹੀਂ ਆਪਣੇ ਜਿਹੜੇ ਬੱਚੇ ਆ ਪੜ੍ਹਾ ਲਿਖਾ ਕੇ ਕਿ ਜੀ ਅਜਿਹੀਆਂ ਜਗ੍ਹਾ ਤੇ ਜਿੱਥੇ ਪਾਲਿਸੀ ਮੇਕਿੰਗ ਹੁੰਦੀ ਹੈ, ਜਿੱਥੇ ਡਿਸੀਜ਼ਨ ਮੇਕਿੰਗ ਬਣਦੀ ਹੈ, ਨਾ ਕਿ ਇਕੱਲੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਜੀ। ਚੁਣਨਾ ਵੀ ਠੀਕ ਆ, ਸਾਡੇ ਬੰਦਿਆਂ ਨੂੰ ਚੁਣੇ ਵੀ ਜਾਣਾ ਚਾਹੀਦਾ, ਪਰ ਉਹਦੇ ਨਾਲ ਜ਼ਿਆਦਾ ਜਿੱਥੇ ਡਿਸੀਜ਼ਨ ਮੇਕਿੰਗ ਆ ਉਹਦੇ ਵਿੱਚ ਇਹ ਜਿਹੜੇ ਮਾਈਨੋਰਿਟੀ ਗਰੁੱਪ ਨੇ ਜਾਂ ਐਬੋਰੀਜਨਲ ਨੇ, ਇਹਨਾਂ ਦੀ ਜੇ ਗਿਣਤੀ ਘਟਦੀ ਆ ਤਦ ਤੱਕ ਕਾਨੂੰਨਾਂ 'ਚ ਚੇਂਜ ਨਹੀਂ ਹੋ ਸਕਦੀ। ਇਹਦੇ ਬਾਰੇ ਵਿਚਾਰ ਕਰਨ ਦੀ ਲੋੜ ਹੈ ਜੀ। ਧੰਨਵਾਦ। ਧੰਨਵਾਦ ਸੁਨੀਲ ਜੀ। ਬਿਪਨਦੀਪ ਖੁਰਾਣਾ ਜੀ, ਲਾਈਨ ਨੰਬਰ 2 ਜੀ। ਸਰ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਮੈਂ ਗੱਲ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਲਾਸਟ ਕਾਲ 'ਤੇ ਗੱਲ ਕੀਤੀ, ਬੜੀ ਵਧੀਆ ਗੱਲ ਹੈ ਕਿ ਬੈਂਡੇਡ ਮੈਥਡ ਜਿਹੜਾ ਬਣ ਜਾਂਦਾ। 2007 'ਚ ਸਟੀਫਨ ਹਾਰਪਰ ਨੇ ਵੀ ਇਸ ਬਾਰੇ ਇੱਕ ਅਪੋਲੋਜੀ ਜਿਹੜੀ ਸੀ ਉਹ ਮੰਗੀ ਸੀ ਇੰਡੀਜਨਸ ਲੋਕਾਂ ਕੋਲੋਂ, ਤੇ ਰੈਕਨਸੀਲੀਏਸ਼ਨ ਪ੍ਰੋਸੈਸ ਸਟਾਰਟ ਹੋਇਆ ਸੀਗਾ। ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਹ ਇੱਕ ਵਿੱਚ ਕਲੌਜ਼ ਪਾਇਆ ਗਿਆ ਸੀ ਵੀ ਇਹ ਸੂ ਨਹੀਂ ਕਰਨਗੇ ਗਵਰਨਮੈਂਟ ਨੂੰ ਜੋ ਸ਼ਿੱਦਤ ਇਹਨਾਂ ਨਾਲ ਹੋਏ ਨੇ ਇੰਡੀਜਨਸ ਟ੍ਰਾਈਬਸ ਦੇ ਨਾਲ, ਤੇ ਉਹ ਇੱਕ ਤਰੀਕੇ ਨਾਲ ਅਪੋਲੋਜੀ ਵੀ ਇੱਕ ਤਰੀਕੇ ਦਾ ਕੰਟਰੈਕਟ ਸੀਗਾ। ਤੇ ਬਾਅਦ ਚ ਰੈਕਨਸੀਲੀਏਸ਼ਨ ਜਿਹੜਾ ਟਰੂਥ ਐਂਡ ਰੈਕਨਸੀਲੀਏਸ਼ਨ ਜਿਹੜਾ ਐਸੋਸੀਏਸ਼ਨ ਜਿਹੜੀ ਬਣਾਈ ਗਈ ਹੈ, ਤੇ ਜੇ ਅਪੋਲੋਜੀ ਇੱਕ ਤਰੀਕੇ ਨਾਲ ਬੈਂਡੇਜ ਜ਼ਰੂਰ ਬਣ ਜਾਂਦੀ ਹੈ। ਜੇ ਅੱਜ ਦੀ ਡੇਟ ਦੇਖੀਏ, ਮੈਂ ਇੱਕ ਸਟੈਟਿਸਟਿਕ ਪੜ੍ਹਦਾ ਸੀ, ਫੈਕਟ ਪੜ੍ਹਦਾ ਸੀਗਾ ਕਿ ਅੱਜ 14 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਨੇ ਉਹ ਇੰਡੀਜਨਸ ਜਿਹੜੇ ਮੂਲ ਦੇ ਨੇ ਉਹ 7% ਨੇ ਸਿਰਫ, ਪਰ 50% ਤੋਂ ਵੱਧ ਜਿਹੜੇ ਨੇ ਉਹ ਫੋਸਟਰ ਕੇਅਰ ਦੇ ਵਿੱਚ ਅੱਜ ਵੀ ਨੇ। ਯੈਸ। ਸੋ ਜੋ ਅੱਜ ਦੀ ਗੱਲ ਹੈ, ਅੱਜ ਦੀ ਗੱਲ ਜੋ ਇੱਕ ਪਾਲਿਸੀ ਕ੍ਰੀਏਟ ਕਰਨੀ ਚਾਹੀਦੀ ਹੈ, ਜਿਹੜੇ ਪੁਰਾਣੇ ਕਾਨੂੰਨ ਬਣੇ ਨੇ, ਬ੍ਰਿਟਿਸ਼ ਲਾਅ ਜਿਹੜਾ ਕਾਮਨ ਲਾਅ ਬਣਿਆ ਹੈ, ਉਹ
ਉਹ ਇੱਕ ਤਰੀਕੇ ਨਾਲ ਇਹ ਪ੍ਰੋਸੀਜਰ ਬਣਿਆ ਕਿ ਸਪਰੈਸ ਕਰਨ ਦਾ, ਕਿ ਟੈਰੀਟੋਰੀਅਲ ਲਾਜ਼ ਵੀ, ਜ਼ਮੀਨ ਕਿਹਦੀ ਹੋਊਗੀ, ਤੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਕਲੌਜ਼ਸ ਨੇ ਉਹ ਕਿਵੇਂ ਬਣਾਏ ਗਏ ਨੇ। ਸੋ ਜੋ ਅੱਗੇ ਦਾ ਪ੍ਰੋਸੀਜਰ ਹੈ ਉਹ ਇੱਕ ਤਾਂ ਸੈਲਫ ਰਿਸਪੈਕਟ ਜਾਂ ਡਿਗਨਿਟੀ ਨੂੰ ਖਤਮ ਕਰ ਦੇਣਾ ਕਿਸੇ ਵੀ ਕੌਮ ਲਈ, ਉਹ ਉਸ ਕੌਮ ਨੂੰ ਬਿਲਕੁਲ ਖਤਮ ਕਰ ਦੇਣਾ ਹੈ। ਤੇ ਮਾਈਨੋਰਿਟੀਜ਼ ਨੂੰ ਇਹ ਜ਼ਰੂਰ ਖਿਆਲ ਰੱਖਣਾ ਪਊਗਾ। ਹੁਣ ਅੱਜ ਡਿਸਕਸ਼ਨ ਜਿਹੜੇ ਟੌਪਿਕ ਚੱਲ ਰਹੇ ਨੇ ਉਹ ਬਹੁਤ, ਈਵਨ ਗੈਂਗ ਰਿਲੇਟਡ, ਸਮੀਰ ਕੌਸ਼ਲ ਜੀ ਬਹੁਤ ਵਧੀਆ ਸ਼ੋਅ ਕਰਦੇ ਨੇ ਗੈਂਗ ਰਿਲੇਟਡ, ਜੋ ਪੇਰੈਂਟਿੰਗ ਵਾਈਜ਼ ਜਾਂ ਕਮਿਊਨੀਕੇਸ਼ਨ। ਪਰ ਇੱਕ ਬੱਚੇ ਦੀ ਜਾਂ ਇੱਕ ਕਿਸੇ ਵੀ ਇੰਡੀਵਿਜੂਅਲ ਦੀ ਜਿਹੜੀ ਸੈਲਫ ਰਿਸਪੈਕਟ ਤੇ ਡਿਗਨਿਟੀ ਨੂੰ ਖਤਮ ਕਰ ਦੇਣਾ, ਉਹਦੀ ਜਨਰੇਸ਼ਨਸ ਨੂੰ ਖਤਮ ਕਰ ਦੇਣਾ ਦੇ ਬਰਾਬਰ ਹੈ, ਮੈਂ ਸਮਝਦਾ ਸਰ। ਤੇ ਉਹਦੇ ਵੱਲ ਜਿਹੜੀ ਡਿਸਕਸ਼ਨ ਹੈ ਉਹ ਬਹੁਤ ਘੱਟ ਜਾ ਰਹੀ ਹੈ। ਤੇ ਅੱਜ ਵੀ ਬੱਚੇ ਨੇ ਜੋ ਫੋਸਟਰ ਕੇਅਰ 'ਚ ਨੇ ਜਾਂ ਇੰਡੀਵਿਜੂਅਲਸ ਨੇ ਜੋ ਮਾਈਨੋਰਿਟੀਜ਼ ਨੇ, ਉਹਨਾਂ ਦੀ ਹੋਂਦ ਦੀ ਗੱਲ ਹੈ। ਇੰਡੀਆ 'ਚ ਕਿਸਾਨਾਂ ਦੀ ਗੱਲ ਦੇਖ ਲਈਏ, ਉਹ ਇੱਕ ਤਰੀਕੇ ਨਾਲ ਉਹਨਾਂ ਦੀ ਸੈਲਫ ਰਿਸਪੈਕਟ ਨੂੰ, ਕਿਸੇ ਦੀ ਮਿਹਨਤ ਨੂੰ ਕਰਕੇ ਖਤਮ ਕਰਨਾ ਸੱਭਿਅਤਾ ਨੂੰ। ਵਿਪਨਦੀਪ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ। ਫੋਨ ਕਰਦੇ ਰਿਹਾ ਕਰੋ ਪਲੀਜ਼, ਥੈਂਕ ਯੂ। ਸਰਦਾਰ ਜਸਵੀਰ ਸਿੰਘ ਜੀ, ਮੇਰੇ ਕੋਲ 1.5 ਮਿੰਟ ਹੈ ਸਿਰਫ। ਬਸ ਥੋੜਾ ਹੀ ਲੈ ਰਿਹਾ ਜੀ। ਸਰਦਾਰ ਸਾਹਿਬ ਧੰਨਵਾਦ, ਬਹੁਤ ਜਾਣਕਾਰੀ ਮਿਲੀ ਹੈ ਔਰ ਧੰਨਵਾਦ ਇੱਦਾਂ ਦੇ ਪ੍ਰੋਗਰਾਮ ਲਈ। 2 ਪੁਆਇੰਟ ਬਣਾਉਣੇ ਨੇ, ਪਹਿਲਾਂ ਭਾਈ ਸਾਹਿਬ ਬਣਾ ਗਏ ਨੇ। ਉਹਨਾਂ ਨੇ ਕਿਹਾ ਵੀ ਬੱਚੇ ਸਾਡੇ ਮੇਕਿੰਗ ਜਿਹੜੀ ਡਿਸੀਜ਼ਨ ਮੇਕਿੰਗ 'ਚ ਜਾਣ, ਪਰ ਮੇਰੇ ਤੋਂ ਪਹਿਲਾਂ ਇੱਕ ਸਾਨੂੰ ਐਜ ਏ ਕਮਿਊਨਿਟੀ ਇਹ ਤੋਂ ਸਬਕ ਲੈਣ ਦੀ ਲੋੜ ਹੈ ਵੀ ਸਾਨੂੰ ਪਹਿਲਾਂ ਜਿਹੜੇ ਸਵਾਦ ਦਾ ਅਸੀਂ ਚੱਖਣਾ ਚਾਹੁੰਦੇ ਹਾਂ, ਜਿਹੜੀ ਸਾਡੀ ਤਮੰਨਾ ਕ੍ਰੀਏਟ ਹੋ ਰਹੀ ਆ, ਉਹਦੇ ਬਾਰੇ ਸਾਡੇ 'ਚ ਭੁੱਖ ਪੈਦਾ ਹੋਗੀ। ਇਹ ਬਹੁਤ ਅਹਿਮੀਅਤ ਰੱਖਣ ਵਾਲੀ ਜਿਹੜੀ ਗੱਲ ਸੋਚ ਹੈ। ਸਾਨੂੰ ਇਹ ਚੀਜ਼ ਦੀ ਭੁੱਖ ਪੈਦਾ ਕਰਨ ਦੀ ਲੋੜ ਹੈ ਕਿ ਅਸੀਂ ਮਨੁੱਖਵਾਦੀ ਹਾਂ, ਸਾਨੂੰ ਮਨੁੱਖਾਂ ਦੇ ਦਰਦ ਦਾ ਅਹਿਸਾਸ ਹੈ, ਜੇ ਨਹੀਂ ਹੈ ਤਾਂ ਕਿਵੇਂ ਹੋਵੇ। ਔਰ ਜਿਹੜੀ ਚੀਜ਼ ਦੇ ਵਿੱਚ ਅਸੀਂ ਜਾ ਕੇ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਕਰਨ ਦੇ ਖਾਹਿਸ਼ਮੰਦ ਹੈ, ਉਸ ਬਾਰੇ ਸਾਡੀ ਜਿਹੜੇ ਉਦਮ ਨੇ, ਐਫਰਟਸ ਨੇ, ਉਹਨਾਂ ਦੇ ਵਿੱਚ ਅਸੀਂ ਕਿੰਨੇ ਕੁ ਸੁਹਿਰਦ ਹਾਂ। ਇਹ ਚੀਜ਼ਾਂ ਮੈਨੂੰ ਲੱਗਦੀਆਂ ਇਹਨਾਂ ਦੀ ਗੱਲਬਾਤ ਤੋਂ ਸਾਹਮਣੇ ਆਈਆਂ। ਸਾਨੂੰ ਇਹ ਖਾਸ ਤੌਰ ਤੇ ਧਿਆਨ ਦੇ ਦਿਓ। ਧੰਨਵਾਦ ਸਰਦਾਰ ਬਾਦਲ। ਧੰਨਵਾਦ ਬਹੁਤ ਬਹੁਤ। ਲਓ ਜੀ, ਇਹ ਸੀ ਅੱਜ ਦਾ ਪ੍ਰੋਗਰਾਮ। ਕੋਸ਼ਿਸ਼ ਕੀਤੀ ਹੈ ਪੂਰੀ ਆਪਣੇ ਵੱਲੋਂ ਵਧੀਆ ਕਰਨ ਦੀ। ਬਾਕੀ ਗੁਰੂ ਪਾਤਸ਼ਾਹ ਕਿਰਪਾ ਰੱਖਣ ਤੇ ਕੰਡ ਤੇ ਹੱਥ ਰੱਖਣ, ਇਹੀ ਬੇਨਤੀ ਆ। ਤੇ ਤੁਸੀਂ ਸਾਰੇ ਚੜ੍ਹਦੀਆਂ ਕਲਾਂ 'ਚ ਰਹੋ। ਕੱਲ੍ਹ ਨੂੰ ਮੁੜਦੇ ਹਾਂ ਫੇਰ, ਨਾਲੇ ਹਫ਼ਤਾ ਮੁਕਾਵਾਂਗੇ ਤੇ 2.5 ਘੰਟੇ ਨੂੰ ਪੀ ਲਈਏ ਚਾਹ ਚੂ, ਫਿਰ ਮਿਲਦੇ ਹਾਂ।